ਕੀਤਾ ਜਾ ਰਿਹਾ ਹੈ क्योंकि एनआईए कोर्ट के ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਅੰਮ੍ਰਿਤਸਰ ਦਾ ਪਿੰਡ ਖਾਨਕੋਟ ਹੈ ਜਿੱਥੇ ਜ਼ਮੀਨ ਜ਼ਬਤ ਕੀਤੀ ਗਈ, यानी कि ਭਾਵੇਂ ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀ ਹੋਵੇ ਜਾਂ ਭਾਵੇਂ ਫਿਰ ਜੱਦੀ ਪਿੰਡ ਅੰਮ੍ਰਿਤਸਰ ਦੇ ਵਿੱਚ ਪ੍ਰਾਪਰਟੀ ਹੋਵੇ, ਅਟੈਚ ਕੀਤੀਆਂ ਜਾ ਰਹੀਆਂ ਨੇ। मनोज राठी मेरे सहयोगी फोन लाइन ते ने। मनोज की कुछ पूरी जानकारी, एनआईए का यह एक्शन वड्डा है अतवादी पन्नू ते? बिल्कुल गुरजोत, जिदा तुसी भी जिक्र कर रहे हो, कई सैक्शन पहला भी ला चुकी है एनआईए। लगातार मोहाली के एनआईए की स्पैशल कोर्ट की सुनवाई चल रही थी पन्नू की। 5/4/2020 ਨੂੰ एनआईए ਵੱਲੋਂ ਇੱਕ ਮਾਮਲਾ ਦਰਜ ਕੀਤਾ ਸੀਗਾ ਕਿ ਜਿਹਦੇ ਵਿੱਚ यूएपीए ਦੇ ਇਲਾਵਾ 120B 124A 153A 153B 17 18 19 अनलॉफुल एक्टिविटीज कई चीज़ों के तहत मामला दर्ज किया ਸੀ ਤੇ लगातार ਇਹਦੇ ਵਿੱਚ ਸੁਣਵਾਈ ਚੱਲ ਰਹੀ ਸੀ ਤੇ एनआईए ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕਈ ਸਬੂਤ ਕੋਰਟ 'ਚ ਦਾਖਲ ਕੀਤੇ ਗਏ ਸੀ ਕਿ ਕਿਸ ਤਰ੍ਹਾਂ ਇਹਦੀ ਐਕਟੀਵਿਟੀ ਜਿਹੜੀ ਟੈਰਰਿਸਟ ਐਕਟੀਵਿਟੀਜ਼ ਹੈ ਔਰ ਉਹ ਚੱਲ ਰਹੀ ਹੈ, ਜਿਸ ਨੂੰ ਲੈ ਕੇ ਅੱਜ ਵੱਡਾ ਫੈਸਲਾ ਅਸੀਂ ਕਹਿ ਸਕਦੇ ਹਾਂ ਤੇ एनआईए ਦੇ ਵੱਡਾ एक्शन ਇਹਦੇ ਵਿੱਚ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। 233 ਨੰਬਰ ਕੋਠੀ ਹੈ ਪੌਂਚ ਏਰੀਆ ਸੈਕਟਰ 15C ਚੰਡੀਗੜ੍ਹ ਤੇ ਖਾਨਕੋਟ ਅੰਮ੍ਰਿਤਸਰ, ਉੱਥੇ ਪ੍ਰਾਪਰਟੀ ਸੀਲ ਕੀਤੀ ਜਾਂਦੀ ਹੈ। ਹੁਣ ਤੱਕ ਦੀ ਜਾਣਕਾਰੀ ਮਿਲ ਰਹੀ ਹੈ ਕਿ एनआईए ਦੇ ਅਫਸਰ, एनआईए ਦੀ ਟੀਮ ਉੱਥੇ ਪਹੁੰਚੀ ਹੈ ਤੇ ਸਾਰੀ ਪ੍ਰਾਪਰਟੀ ਨੂੰ ਲੈ ਕੇ ਉਹ ਅਟੈਚ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸੀਏ ਕਿ ਕਈ ਸੈਵਰਲ ਕੇਸਿਸ ਜਿਹੜੇ ਹੈ ਅਗੇਂਸਟ ਪੰਨੂ, ਇਹਦੇ ਵਿੱਚ ਕਈ ਚੀਜ਼ਾਂ ਦਾ ਇਲਜ਼ਾਮ ਵੀ, ਗੰਭੀਰ ਇਲਜ਼ਾਮ ਲੱਗੇ ਨੇ ਕਿ ਕਿਸ ਤਰ੍ਹਾਂ ਟੈਰਰ ਐਕਟੀਵਿਟੀਜ਼ ਨੂੰ ਇਹ ਅੰਜਾਮ ਦਿੰਦੇ ਔਰ ਯੂਥ ਨੂੰ ਕਿਸ ਤਰ੍ਹਾਂ ਇਹ ਬਰਗਲਾ ਕਰ ਆਪਣੀ ਸਾਈਡ ਖਿੱਚਣ ਦੀ ਕੋਸ਼ਿਸ਼ ਕਰਦਾ ਔਰ ਕਈ ਵੀਡੀਓਜ਼ ਵੀ ਲਗਾਤਾਰ ਪੰਨੂ ਡਾਲਦਾ ਹੈ ਕਿ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਹੈ। ਪੰਜਾਬ ਦੀ ਅਸੀਂ ਗੱਲ ਕਰ ਲਈਏ ਖਾਸ ਤੌਰ ਤੇ ਕਿਸ ਤਰ੍ਹਾਂ ਇਹ ਐਕਟੀਵਿਟੀਜ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਲੀਗਲ ਐਕਟੀਵਿਟੀਜ਼ ਨੂੰ, ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਪਿਛਲੇ ਦਿਨਾਂ ਵੀ ਦੇਖਿਆ ਗਿਆ ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ एनआईए ਵੱਲੋਂ ਇਹ ਕਾਫੀ ਚੀਜ਼ਾਂ ਕੋਰਟ 'ਚ ਦਾਖਲ ਕੀਤੀ ਗਈ ਸੀ ਤੇ एनआईए ਦੀ ਮੋਹਾਲੀ ਕੋਰਟ ਵੱਲੋਂ एनआईए ਦੀ ਸਪੈਸ਼ਲ ਕੋਰਟ ਮੋਹਾਲੀ 'ਚ ਲਗਾਤਾਰ ਇਹ ਕੇਸਿਸ ਚੱਲ ਰਹੇ ਸੀ 2020 ਤੋਂ ਲੈ ਕੇ ਅਸੀਂ ਗੱਲ ਕਰ ਲਈਏ 2020 2021 2022 ਇਹਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਇੱਕ ਵੱਡਾ ਫੈਸਲਾ ਕੋਰਟ ਦਾ ਵੀ ਆਇਆ ਤੇ एनआईए ਦੀ ਟੀਮ ਵੱਲੋਂ ਹੁਣ ਪ੍ਰਾਪਰਟੀਜ਼ ਅਟੈਚ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ। ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਐਕਸ਼ਨ एनआईए ਦਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਔਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸੀਨੀਅਰ ਆਫੀਸਰਸ एनआईए ਦੇ ਉਹਨਾਂ ਦੀ ਮੋਨੀਟਰਿੰਗ 'ਚ ਇਹ ਸਾਰੀ ਚੀਜ਼ਾਂ ਹੋ ਰਹੀਆਂ। ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਇੱਕ ਪੁਆਇੰਟ ਤੇ ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਔਰ ਮੋਨੀਟਰਿੰਗ ਕਰਨ ਤੋਂ ਬਾਅਦ ਅੰਡਰ ਦਾ ਸੁਪਰਵਿਜ਼ਨ ਆਫ ਸੀਨੀਅਰ ਆਫੀਸਰ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਹਨਾਂ ਦੀ ਜਿਹੜੀ ਪ੍ਰਾਪਰਟੀਜ਼ ਹੈ ਉਹਨਾਂ ਨੂੰ ਅਟੈਚ ਕੀਤਾ ਜਾ ਰਿਹਾ ਹੈ। ਸੈਕਟਰ 15 ਦੀ ਅਸੀਂ ਗੱਲ ਕਰ ਲਈ, ਜਿੱਦਾਂ ਅਸੀਂ ਜ਼ਿਕਰ ਕਰ ਰਹੇ 233 ਨੰਬਰ, ਜਦ ਵੀ एनआईए ਦੀ ਕੋਈ ਰੇਡ ਹੁੰਦੀ ਹੈ, ਕੋਈ ਛਾਪੇਮਾਰੀ ਹੁੰਦੀ ਹੈ, ਕਿਸੇ ਤਰ੍ਹਾਂ ਦੀ ਐਕਟੀਵਿਟੀ ਟੈਰਰਿਸਟ ਨੂੰ ਲੈ ਕੇ ਹੁੰਦੀ ਹੈ ਤਾਂ ਸੈਕਟਰ 15 ਪਹਿਲਾਂ ਵੀ एनआईए ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਇਸ ਕੋਠੀ 'ਚ ਕੋਈ ਨਹੀਂ ਰਹਿੰਦਾ, ਇਹ ਕੋਠੀ ਖਾਲੀ ਪਈ ਹੈ, ਕਾਫੀ ਟਾਈਮ ਤੋਂ ਇਹ ਕੋਠੀ ਬਿਲਕੁਲ ਖਾਲੀ ਪਈ ਹੈ, ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਐਕਟੀਵਿਟੀ ਨਹੀਂ ਹੈ, ਨਾ ਹੀ ਕੋਈ ਇੱਥੇ ਰਹਿੰਦਾ ਹੈ। ਲੇਕਿਨ ਅੱਜ एनआईए ਦੀ ਟੀਮ ਇੱਥੇ ਪਹੁੰਚੀ ਹੈ ਤੇ ਇਹ ਪੂਰਾ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਰਿਹਾ ਹੈ, ਉਹਦੀ ਗੱਲ ਕੀਤੀ ਗਈ ਹੈ ਤੇ ਨਾਲ ਦੇ ਨਾਲ ਅੰਮ੍ਰਿਤਸਰ ਉਹਨਾਂ ਦੇ ਜੱਦੀ ਪਿੰਡ ਖਾਨਕੋਟ ਉੱਥੇ ਵੀ ਉਹਨਾਂ ਦੀ ਪ੍ਰਾਪਰਟੀਜ਼ ਨੂੰ ਅਟੈਚ ਕੀਤਾ ਜਾ ਰਿਹਾ ਹੈ। ਜੀ मनोज, ਪਿਛਲੇ ਦਿਨਾਂ 'ਚ ਦੇਖਿਆ ਹੈ ਗੈਂਗਸਟਰਵਾਦ ਤੇ ਵੀ ਕਾਫੀ ਜ਼ਿਆਦਾ ਸਖਤ ਹੈ एनआईए ਔਰ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਜਿਹੜੇ ਐਂਟੀ इंडिया गतिविधियां ने, यानी कि देश विरोधी गतिविधियां ने, उसके खिलाफ सख्त है। हरियाणा च असीं आम तौर पर वेख्या गैंगस्टरां दे घरां नूं जब्त किया गया है, प्रॉपर्टीज़ अटैच कीतियां गईयां ने। तो इसका मतलब यही है, जिस तरीके की एक तो पहला तस्वीर बनी हुई है कैनेडा और भारत के विचकार, तो दूसरे पासे हुण ये एक एक्शन है, यानी कि सुनेहा देने की भी कोशिश है। अजिहा नहीं है कि तुसीं बाहर बैठ के किसी भी तरीके दे नाल दूसरे देश दे विच हिंसा फैलाउण की कोशिश करोगे या नौजवानों नूं वरगलाओगे, ਤਾਂ ਸਿੱਧੇ ਤੌਰ ਤੇ ਐਕਸ਼ਨ ਇਸ ਤਰੀਕੇ ਦਾ ਹੋਏਗਾ। ਦੇਖੋ ਗੁਰਜੋਤ, ਇਸ ਤੋਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦਾ ਵੀ ਵੱਡਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲਿਆ ਸੀ, ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਚਾਹੇ ਉਹ ਗੈਂਗਸਟਰ ਹੋਵੇ ਭਾਵੇਂ ਨਸ਼ਾ ਤਸਕਰ ਹੋ, ਕਿਉਂਕਿ ਪੰਜਾਬ ਪੁਲਿਸ ਵੱਲੋਂ ਵੀ 92 ਯਾਨੀ 92 ਨਸ਼ਾ ਵੱਡੇ ਲੈਵਲ ਦੇ ਜਿਹੜੇ ਤਸਕਰ ਨੇ, ਨਸ਼ਾ ਤਸਕਰ ਨੇ, ਵੱਡੇ ਡਰੱਗ ਸਮਗਲਰ ਨੇ, ਉਹਨਾਂ ਦੀ ਵੀ ਪ੍ਰਾਪਰਟੀ ਅਟੈਚ ਕਰਨ ਦੀ ਇੱਕ ਪੂਰੀ ਲਿਸਟ ਤਿਆਰ ਕੀਤੀ ਹੈ ਤੇ ਹੁਣ ਤੱਕ ਜੇ ਅਸੀਂ ਗੱਲ ਕਰੀਏ 30 ਤੋਂ ਵੀ ਵੱਧ ਵੱਡੇ ਡਰੱਗ ਸਮਗਲਰ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਚੁੱਕਾ ਹੈ। ਵੱਡੇ ਡਰੱਗ ਸਮਗਲਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉਹਨਾਂ ਦੀ ਜਿਹੜੀ ਪ੍ਰਾਪਰਟੀਜ਼ ਹੈ ਉਹਨਾਂ ਨੂੰ ਅਟੈਚ ਕਰ ਚੁੱਕੀ ਹੈ ਪੰਜਾਬ ਪੁਲਿਸ। ਲੇਕਿਨ ਹੁਣ ਗੈਂਗਸਟਰ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਨਸ਼ਾ ਤਸਕਰਾਂ ਦੀ ਗੱਲ ਕਰ ਲਈਏ ਜਾਂ ਫਿਰ ਟੈਰਰਿਸਟ ਐਕਟੀਵਿਟੀਜ਼ ਨੂੰ ਅੰਜਾਮ ਦੇਣ ਵਾਲਿਆਂ ਦੀ ਗੱਲ ਕਰ ਲਈਏ, ਸਾਰਿਆਂ ਤੇ ਹੁਣ ਸਿਕੰਜਾ ਲਗਾਤਾਰ ਕੱਸਦੀ ਨਜ਼ਰ ਆ ਰਹੀ ਹੈ, ਚਾਹੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀਜ਼ ਹੋਵੇ, ਚਾਹੇ ਉਹ ਸੈਂਟਰਲ ਏਜੰਸੀਜ਼ ਹੋਵੇ, ਚਾਹੇ ਉਹ ਪੰਜਾਬ ਪੁਲਿਸ ਹੋਵੇ। ਕਿਉਂਕਿ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਇਹ ਐਕਟੀਵਿਟੀਜ਼ ਦੇਖੀ ਗਈ ਹੈ, ਪੰਜਾਬ ਪੁਲਿਸ ਦਾ ਸਖਤ ਐਕਸ਼ਨ ਨਸ਼ੇ ਨੂੰ ਲੈ ਕੇ ਵੀ ਵੇਖਿਆ ਗਿਆ ਹੈ, ਗੈਂਗਸਟਰਾਂ ਨੂੰ ਲੈ ਕੇ ਵੀ ਵੇਖਿਆ ਗਿਆ ਹੈ ਕਿ
ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 2 ਦਿਨ ਪਹਿਲਾਂ ਗੋਲਡੀ ਬਰਾੜ ਦੇ ਜਿਹਨੇ ਐਸੋਸੀਏਟਸ ਨੇ ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਦੇ ਠਿਕਾਣੇ ਤੇ ਰੇਡ ਕੀਤੀ ਗਈ ਸੀ। ਕਈ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਕਈਆਂ ਨੂੰ ਗ੍ਰਿਫਤਾਰੀ ਹੋਈ ਹੈ, ਕਈ ਰਿਕਵਰੀਜ਼ ਵੀ ਹੋਈ ਹੈ। ਦੂਜੇ ਪਾਸੇ ਕਿਸ ਤਰ੍ਹਾਂ ਗੈਂਗਸਟਰ ਦੇ ਜਿਹੜੇ ਗੁਰਗੇ ਹੈ ਉਹਨਾਂ ਤੋਂ ਪੁੱਛਗਿੱਛ 'ਚ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ। ਇੱਕ ਨੋਟਿਸ ਵੀ ਦਿਖਾ ਰਹੇ ਹਾਂ ਮਨੋਜ ਅਸੀਂ ਕੋਠੀ ਦੇ ਬਾਹਰ ਜਿਹੜਾ ਲਗਾਇਆ ਗਿਆ ਹੈ NIA ਦੇ ਵੱਲੋਂ। ਬਿਲਕੁਲ ਇਹ ਪੂਰਾ ਇੱਕ ਕੋਰਟ ਦਾ ਇੱਕ ਆਰਡਰ ਹੁੰਦਾ ਹੈ ਗੁਰਜੋਤ। ਮੋਹਾਲੀ ਦੇ NIA ਦੀ ਸਪੈਸ਼ਲ ਕੋਰਟ ਦਾ ਆਰਡਰ ਹੈ। ਜੇ ਅਸੀਂ ਗੱਲ ਕਰੀਏ ਨਿੱਜਰ ਦੇ ਵੀ ਘਰ ਜਿਹੜਾ ਉੱਥੇ ਵੀ ਇਹ ਲਾਇਆ ਗਿਆ ਸੀ, ਚਿਪਕਾਇਆ ਗਿਆ ਸੀ ਉਹਦੇ ਘਰ ਦੇ ਬਾਹਰ। ਤੇ ਪੰਨੂ ਦੇ ਘਰ ਦੀ ਜਿਹੜੀ ਹੈਗੀ ਹੈ ਤਸਵੀਰਾਂ ਵੀ ਤੁਸੀਂ ਵੇਖੋ ਕਿ ਉਹਦੇ ਘਰ ਤੋਂ ਬਾਹਰ ਵੀ ਇਹ ਇਸ ਤਰ੍ਹਾਂ ਦਾ ਆਰਡਰ ਜਿਹੜਾ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ। ਕੋਰਟ ਦੇ ਆਰਡਰ ਲਿਖੇ ਗਏ ਨੇ, ਰੀਜ਼ਨ ਕੀ ਹੈ ਉਹ ਸਾਰੀ ਚੀਜ਼ਾਂ ਇਹਦੇ ਵਿੱਚ ਲਾਏ ਗਏ ਹੈ ਤੇ ਆਰਡਰ ਜਿਹੜੇ ਹੈ ਸਪੈਸ਼ਲ ਜੱਜ ਦੇ ਉਹਦੇ ਵਿੱਚ ਉਹ ਸਾਰਾ ਕੀਤਾ ਗਿਆ। ਕਿਉਂਕਿ ਇਹ ਪ੍ਰੋਟੋਕਾਲ ਹੁੰਦਾ ਹੈ ਗੁਰਜੋਤ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਕਿਸੇ ਟੈਰਰਿਸਟ ਦੀ ਜਾਂ ਕਿਸੇ ਗੈਂਗਸਟਰ ਦੀ ਜਾਂ ਕਿਸੇ ਨਸ਼ਾ ਤਸਕਰ ਦੀ ਜੇਕਰ ਤੁਸੀਂ ਪ੍ਰਾਪਰਟੀ ਅਟੈਚ ਕਰਦੇ ਹੋ ਤਾਂ ਪੂਰਾ ਪ੍ਰੋਟੋਕਾਲ ਦੇ ਹਿਸਾਬ ਨਾਲ ਪੂਰੇ ਆਰਡਰਸ ਹੁੰਦੇ ਹੈ। ਉੱਥੇ ਕੋਰਟ ਦਾ ਪਰਸਨ ਜਾਂਦਾ ਹੈ, NIA ਦੀ ਟੀਮ ਉੱਥੇ ਜਾਂਦੀ ਹੈ, ਉੱਥੇ ਪਹੁੰਚਦੀ ਹੈ ਤੇ ਕੋਰਟ ਦੇ ਵੀ ਉੱਥੇ ਜਿਹੜਾ ਸਟਾਫ ਹੈ ਉਹ ਮੌਜੂਦ ਹੁੰਦਾ ਹੈ। ਲੋਕਲ ਪੁਲਿਸ ਦੀ ਵੀ ਮਦਦ ਲਿੱਤੀ ਜਾਂਦੀ ਹੈ। ਸਾਰਿਆਂ ਦੀ ਮੌਜੂਦਗੀ 'ਚ ਇਹ ਸਾਰਾ ਸੀਲ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਪੂਰਾ ਇੱਕ ਪ੍ਰੋਟੋਕਾਲ ਦੇ ਹਿਸਾਬ ਨਾਲ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਕੀਤਾ ਜਾਂਦਾ। ਹਾਲਾਂਕਿ ਇਹ ਲਗਾਤਾਰ ਸਵੇਰ ਤੋਂ ਹੀ ਜਾਰੀ ਹੈ। ਪੂਰਾ ਪ੍ਰੋਸੈਸ ਕਰਨ ਤੋਂ ਬਾਅਦ ਪੂਰਾ ਸੀਲ ਕੀਤਾ ਜਾਏਗਾ। ਉਹਨਾਂ ਦੀ ਪ੍ਰਾਪਰਟੀਜ਼ ਅਟੈਚ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ। ਠੀਕ ਹੈ ਮਨੋਜ, ਫਿਲਹਾਲ ਸ਼ੁਕਰੀਆ तमाम जानकारी ਲਈ। ਤਾਂ ਅੱਤਵਾਦੀ ਪੰਨੂ ਤੇ NIA ਦਾ ਐਕਸ਼ਨ ਜਿਹੜਾ ਹੈ ਉਹ ਸਖਤ ਨਜ਼ਰ ਆਇਆ ਹੈ ਔਰ ਪ੍ਰਾਪਰਟੀਜ਼ ਅਟੈਚ ਕੀਤੀਆਂ ਗਈਆਂ ਨੇ। ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਘਰ ਹੈ, 233 ਨੰਬਰ ਇਹ ਕੋਠੀ ਹੈ ਜਿਸ ਨੂੰ ਅਟੈਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਪਿੰਡ ਖਾਨਕੋਟ ਹੈ, ਉੱਥੇ ਵੀ ਜਿਹੜਾ ਹੈ ਪ੍ਰਾਪਰਟੀ ਅਟੈਚ ਕੀਤੀ ਗਈ ਹੈ। ਹਾਲਾਂਕਿ ਜੇਕਰ ਚੰਡੀਗੜ੍ਹ ਦੇ ਘਰ ਦਾ ਜ਼ਿਕਰ ਕੀਤਾ ਜਾਵੇ ਤਾਂ ਇੱਥੇ ਕੋਈ ਰਹਿੰਦਾ ਨਹੀਂ ਹੈ ਪਰ ਇਹ ਪ੍ਰਾਪਰਟੀ ਅਟੈਚ ਹੋਈ ਹੈ। ਦੱਸ ਦਈਏ ਕਿ ਲਗਾਤਾਰ ਬਹੁਤ ਸਾਰੀਆਂ ਜਿਹੀਆਂ ਵੀਡੀਓਜ਼ ਜਿਸ ਦੇ ਵਿੱਚ ਵੱਖ-ਵੱਖ ਕਾਰਨਾਮੇ ਕਰਕੇ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਕਿ ਉਸ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ। ਲਗਾਤਾਰ ਅਜਿਹੀਆਂ ਵੀਡੀਓਜ਼ ਆਉਂਦੀਆਂ ਨੇ ਜੋ ਵਾਕਈ ਹੀ ਦੇਸ਼ ਵਿਰੋਧੀ ਨੇ ਔਰ ਉਸ ਦੇ ਵਿੱਚ ਉਹ ਖੁਦ ਆਪੋ ਆਪ ਸਬੂਤ ਵੀ ਦਿੰਦਾ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਹਰਜੀਤ ਗਰੇਵਾਲ ਸਾਡੇ ਨਾਲ ਜੁੜ ਚੁੱਕੇ ਨੇ BJP ਤੋਂ। ਗਰੇਵਾਲ ਸਾਹਿਬ, ਅੱਤਵਾਦੀ ਪੰਨੂ ਤੇ ਹੁਣ NIA ਦਾ ਐਕਸ਼ਨ ਨਜ਼ਰ ਆ ਰਿਹਾ ਹੈ ਔਰ ਸਖਤੀ ਦੇ ਨਾਲ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਅਟੈਚ ਕੀਤੀਆਂ ਜਾ ਰਹੀਆਂ ਨੇ। ਦੇਖੋ ਗੱਲ ਇਹ ਹੈ ਕਿ ਜਿਹੜੇ ਆਤੰਕੀ ਹੁੰਦੇ ਨੇ ਇਹਨਾਂ ਦਾ ਨਾ ਕੋਈ ਜਾਤੀ ਨਾ ਧਰਮ ਨਾ ਵਰਗ, ਇਹ ਮਾਨਵਤਾ ਦੇ ਦੁਸ਼ਮਣ ਹੁੰਦੇ ਆ ਤੇ ਇਹ ਪੰਨੂ ਵੀ ਇਸੇ ਤਰ੍ਹਾਂ ਦੀਆਂ ਐਕਟੀਵਿਟੀ ਕਰਦਾ ਔਰ ਇਹਦੀ ਕੋਸ਼ਿਸ਼ ਆ ਖਾਲਸਾ ਨੂੰ ਬਦਨਾਮ ਕਰਨ ਦੀ ਤੇ ਉਹਦੇ ਚ ਇਸਨੇ ਕਾਮਯਾਬ ਨਹੀਂ ਹੋਣਾ ਔਰ ਇਹਨੂੰ ਕੋਈ ਪਸੰਦ ਨਹੀਂ ਕਰਦਾ। ਔਰ ਮੈਂ ਸਮਝਦਾ ਇਹ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ ਹੈ, ਬਹੁਤ ਪਹਿਲਾਂ ਹੋਣਾ ਚਾਹੀਦਾ, ਦੇਰੀ ਹੋਈ ਹੈ ਇਹਦੇ ਵਿੱਚ। ਔਰ ਇਹਨਾਂ ਤੇ ਜਿੰਨੀ ਸਖਤੀ ਹੋਵੇ ਕ੍ਰਿਮੀਨਲ ਤੇ ਔਰ ਇਸ ਤਰ੍ਹਾਂ ਦੇ ਲੋਕਾਂ ਤੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚਦੇ ਨੇ ਉਨਾ ਹੀ ਘੱਟ ਆ ਔਰ ਇਹਨਾਂ ਨੂੰ ਵਿਦੇਸ਼ਾਂ 'ਚ ਵੀ ਚੈਨ ਨਾਲ ਨਹੀਂ ਬੈਠਣ ਦੇਣਾ ਚਾਹੀਦਾ। ਔਰ ਮੈਂ ਸਮਝਦਾ ਜਿਹੜਾ ਕੰਟਰੀ ਇਹਨਾਂ ਨੂੰ ਰੱਖਦਾ ਹੈਗਾ ਉਹ ਵੀ ਉਨਾ ਹੀ ਦੋਸ਼ੀ ਆ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਇਡੈਂਟੀਫਾਈ ਹੋ ਜਾਣ ਉਹਨਾਂ ਨੂੰ ਫਿਰ ਆਪਣੇ ਕੰਟਰੀ 'ਚ ਰੱਖਣਾ ਜਾਂ ਉੱਥੇ ਉਹਨਾਂ ਨੂੰ ਆਪਣੀ ਐਕਟੀਵਿਟੀ ਕਰਨ ਦੀ ਇਜਾਜ਼ਤ ਦੇਣੀ ਤੇ ਉਹ ਕਿਸ ਤਰ੍ਹਾਂ ਉੱਥੇ ਹਿੰਦੂਆਂ ਨੂੰ ਔਰ ਹਿੰਦੁਸਤਾਨੀਆਂ ਨੂੰ ਧਮਕਾ ਰਿਹਾ ਕੈਨੇਡਾ ਦੇ ਵਿੱਚ ਉਹੀ ਰਹੇਗਾ ਜੋ ਖਾਲਿਸਤਾਨ ਦੀ ਗੱਲ ਕਰੇਗਾ। ਇਹ ਇੱਕ ਬਹੁਤ ਬੜਾ ਅਪਰਾਧ ਹੈ ਔਰ ਸਾਡਾ ਅਪਰਾਧੀ ਹੈ, ਉਹ ਮੁਲਕ ਦਾ ਦੇਸ਼ ਦਾ ਅਪਰਾਧੀ ਹੈ, ਮਾਨਵਤਾ ਦਾ ਅਪਰਾਧੀ ਹੈ। ਇਹਦੇ ਖਿਲਾਫ ਇਸ ਤੋਂ ਵੀ ਸਖਤ ਕਾਰਵਾਈ ਹੋਣੀ ਚਾਹੀਦੀ। ਜਿਵੇਂ ਤੁਸੀਂ ਜ਼ਿਕਰ ਕੀਤਾ ਗਰੇਵਾਲ ਸਾਹਿਬ ਕਿ ਥੋੜੀ ਦੇਰ ਹੋਈ ਹੈ, ਪਹਿਲਾਂ ਹੋਣਾ ਚਾਹੀਦਾ ਸੀ। ਜੋ ਇਹ ਤਸਵੀਰ ਚੱਲ ਰਹੀ ਹੈ ਕੈਨੇਡਾ ਔਰ ਭਾਰਤ ਦੇ ਵਿਚਾਲੇ ਨਿੱਜਰ ਦੇ ਕਤਲ ਨੂੰ ਲੈ ਕੇ ਸਟੇਟਮੈਂਟਸ ਚੱਲ ਰਹੀਆਂ ਨੇ, ਉਸ ਦੇ ਵਿਚਾਲੇ ਹੁਣੇ ਕਾਰਵਾਈ ਹੋ ਰਹੀ ਹੈ। ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਇੱਕ। ਨਹੀਂ, ਬਿਲਕੁਲ ਸਖਤ ਜਾਣਾ ਹੀ ਚਾਹੀਦਾ ਜੀ। ਸਾਡਾ ਦੇਸ਼ ਥੋੜੇ ਇੰਨਾ ਮਜ਼ਬੂਤ ਆ ਔਰ ਇਹੋ ਜਿਹੇ ਲੋਕਾਂ ਨੂੰ ਅਸੀਂ ਆਰਾਮ ਨਾਲ ਬੈਠਣ ਦੇ ਦਈਏ ਜਿਹੜੇ ਦੇਸ਼ ਦੇ ਦੁਸ਼ਮਣ ਹੋਣ ਉਹ ਠੀਕ ਨਹੀਂ ਹੈ। ਔਰ ਜੋ ਵੀ ਜਿੱਥੇ ਵੀ ਆਤੰਕੀ ਗਤੀਵਿਧੀਆਂ ਹੁੰਦੀਆਂ ਨੇ ਜਿਹੜੇ ਮੁਲਕ 'ਚ ਵੀ ਉਸ ਮੁਲਕ ਦੀ ਆਰਥਿਕਤਾ ਥੋੜੇ ਸਮੇਂ ਬਾਅਦ ਖਰਾਬ ਹੋ ਜਾਂਦੀ ਹੈ। ਇਹਦਾ ਪ੍ਰਭਾਵ ਜੋ ਅੱਜ ਹੋ ਰਿਹਾ ਐਕਸ਼ਨ ਇਹਦਾ ਪ੍ਰਭਾਵ ਅੱਗੇ ਦਿਖਾਈ ਦਿੱਤਾ। ਤਾਂ ਇਸ ਕਰਕੇ ਮੈਂ ਤਾਂ ਇਹ ਕੈਨੇਡਾ ਦੀ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਨਾਲ ਜ਼ਰੂਰ ਕਹੂੰਗਾ ਕਿ ਉੱਥੇ ਅਮਨ ਚੈਨ ਰਹੇ, ਸ਼ਾਂਤੀ ਰਹੇ, ਅੱਛਾ ਮੁਲਕ ਸੀ ਉਹਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਸਹਾਰਾ ਦੇ ਕੇ ਔਰ ਉਹਨਾਂ ਨੂੰ ਮਦਦ ਕਰਕੇ ਆਪਣੇ ਮੁਲਕ ਦੇ ਹਾਲਾਤ ਨਹੀਂ ਖਰਾਬ ਕਰਾਉਣੇ ਚਾਹੀਦੇ। ਔਰ ਇਹ ਜ਼ਰੂਰ ਇਸ ਤੇ ਉਹਨਾਂ ਤੇ ਉੱਥੋਂ ਦੀ ਜਨਤਾ ਨੇ ਦਬਾਅ ਬਣਾਉਣਾ ਚਾਹੀਦਾ, ਉੱਥੋਂ ਦੇ ਵੋਟਰਾਂ ਨੂੰ ਦਬਾਅ ਬਣਾਉਣਾ ਚਾਹੀਦਾ। ਔਰ ਮੈਂ ਸਮਝਦਾ ਕਿ ਇਹਨਾਂ ਦੇ ਖਿਲਾਫ ਜਿੰਨੀ ਹੋਰ ਸਖਤ ਕਾਰਵਾਈ ਹੋਵੇ ਉਹ ਕਰਨੀ ਚਾਹੀਦੀ। ਠੀਕ ਹੈ ਗਰੇਵਾਲ ਸਾਹਿਬ, ਸ਼ੁਕਰੀਆ ਗੱਲਬਾਤ ਲਈ। ਤਾਂ ਯੂਆਪਾ ਦੇ ਤਹਿਤ ਪੰਨੂ ਤੇ ਵੱਡਾ ਐਕਸ਼ਨ ਹੋ ਰਿਹਾ ਹੈ। ਅੱਤਵਾਦੀ ਪੰਨੂ ਦੀਆਂ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਜਾ ਰਹੀਆਂ ਨੇ, ਜ਼ਬਤ ਕੀਤੀਆਂ ਜਾ ਰਹੀਆਂ ਨੇ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਚੰਡੀਗੜ੍ਹ ਦੇ ਵਿੱਚ ਕੋਠੀ ਹੈ
ਜਿਸ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਪਿੰਡ ਖਾਨਕੋਟ ਹੈ, ਉੱਥੇ ਵੀ ਇੱਕ ਘਰ ਹੈ, ਉੱਥੇ ਵੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਜਾ ਰਹੀ ਹੈ। ਤਾਂ ਸਿੱਧੇ ਤੌਰ ਤੇ ਵੱਡਾ ਐਕਸ਼ਨ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ। ਔਰ ਦੱਸ ਦਈਏ ਕਿ ਐਨਆਈਏ ਦੀ ਕੋਰਟ ਦੇ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਐਕਸ਼ਨ ਕੀਤਾ ਜਾ ਰਿਹਾ ਹੈ। ਮਾਮਲਾ ਦਰਜ ਹੋਇਆ ਸੀ 5 ਅਪ੍ਰੈਲ 2020 ਦੇ ਵਿੱਚ ਗੁਰਪਤਵੰਤ ਪੰਨੂ ਤੇ ਮਾਮਲਾ ਦਰਜ ਹੋਇਆ ਸੀ, ਐਨਆਈਏ ਦੇ ਵੱਲੋਂ ਕੀਤਾ ਗਿਆ ਸੀ। ਤਾਂ ਇਸ ਤੋਂ ਬਾਅਦ ਹੁਣ ਅੱਗੇ ਕਾਰਵਾਈ ਜਿਹੜੀ ਹੈ ਇਨ ਪ੍ਰੋਸੈਸ ਚੱਲ ਰਹੀ ਹੈ, ਉਸ ਦੇ ਚੱਲਦੇ ਹੁਣ ਪ੍ਰਾਪਰਟੀਜ਼ ਅਟੈਚ ਕੀਤੀਆਂ ਜਾ ਰਹੀਆਂ। ਦੱਸਦੇ ਕਿ ਲੰਮੇ ਸਮੇਂ ਤੋਂ ਵੀਡੀਓਜ਼ ਜਿਹੜੀਆਂ ਆਉਂਦੀਆਂ ਨੇ ਔਰ ਜਿਸ ਤਰੀਕੇ ਦੀ ਐਕਟੀਵਿਟੀ ਰਹੀ ਹੈ ਗੁਰਪਤਵੰਤ ਪੰਨੂ ਦੀ, ਉਸ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜਾ ਉਹ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਤਾਂ ਜਿਸ ਦੇ ਚੱਲਦੇ ਹੁਣ ਇਹ ਵੱਡਾ ਐਕਸ਼ਨ ਹੋਇਆ, ਜਿਸ ਤਰੀਕੇ ਦੇ ਨਾਲ ਹਰਜੀਤ ਗਰੇਵਾਲ ਵੀ ਜ਼ਿਕਰ ਕਰ ਰਹੇ ਸੀ। ਕੈਨੇਡਾ ਦੇ ਵਿੱਚੋਂ ਵੀਡੀਓ ਸਾਹਮਣੇ ਆਉਂਦੀਆਂ ਨੇ, ਕੈਨੇਡਾ ਦੇ ਵਿੱਚ ਉਹ ਗੁਰਪਤਵੰਤ ਪੰਨੂ ਰਹਿ ਰਿਹਾ ਹੈ। ਪਿਛਲੇ ਦਿਨਾਂ 'ਚ ਇੱਕ ਵੀਡੀਓ ਵੀ ਆਈ ਸੀ, ਉਹ ਵੀ ਅਸੀਂ ਥੋੜ੍ਹੀ ਦੇਰ ਪਹਿਲਾਂ ਦਿਖਾ ਰਹੇ ਸੀ ਸਕਰੀਨ ਤੇ, ਜਦੋਂ ਅਰਦਾਸ ਹੋ ਰਹੀ ਹੈ। ਗਾਰਡਸ ਦੇ ਵੱਲੋਂ ਉਸਦੇ ਜਿਹੜੇ ਸੁਰੱਖਿਆ ਦੇ ਵਿੱਚ ਤਾਇਨਾਤ ਹੁੰਦੇ ਨੇ, ਉਹਨਾਂ ਨੇ ਸਿਰ ਨਹੀਂ ਢੱਕਿਆ ਸੀ। ਤਾਂ ਉਸ ਨੂੰ ਲੈ ਕੇ ਜ਼ਿਕਰ ਵੀ ਹੁੰਦਾ ਰਿਹਾ ਜਦੋਂ ਅਸੀਂ ਆਮ ਤੌਰ ਤੇ ਚਰਚਾ ਕਰਦੇ ਹਾਂ ਵੱਖ-ਵੱਖ ਆਗੂਆਂ ਦੇ ਨਾਲ। ਤਾਂ ਇਹ ਸਾਰੀਆਂ ਚੀਜ਼ਾਂ ਨੇ, ਪਰ ਕਿਤੇ ਨਾ ਕਿਤੇ ਜੋ ਇਹ ਇਸ ਵੇਲੇ ਤਣਾਅ ਦਾ ਮਾਹੌਲ ਹੈ ਕੈਨੇਡਾ ਔਰ ਭਾਰਤ ਦੇ ਵਿਚਕਾਰ, ਉਸ ਦੇ ਵਿਚਾਲੇ ਕੀਤਾ ਜਾ ਰਿਹਾ ਐਕਸ਼ਨ ਤਾਂ ਵੀ ਨਜ਼ਰ ਜਿਹੜੀ ਹੈ ਟਿਕੀ ਹੈ ਕਿ ਆਖਰਕਾਰ ਜਿਸ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਬਾਰ-ਬਾਰ ਸਟੇਟਮੈਂਟਸ ਦੇ ਰਹੀ ਹੈ, ਕਿਉਂਕਿ ਇਹ ਵੀ ਜਾਣਕਾਰੀ ਹੈ ਕਿ ਜੋ ਹਰਦੀਪ ਨਿੱਜਰ ਹੈ ਉਸ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਉਹ ਵੀ ਅਟੈਚ ਹੋ ਰਹੀਆਂ ਨੇ, ਉਸ ਤੇ ਵੀ ਐਨਆਈਏ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉਸ ਤੇ ਵੀ ਐਕਸ਼ਨ ਹੋ ਰਿਹਾ ਹੈ। ਤਾਂ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੈ ਕਿ ਆਖਰਕਾਰ ਜੇਕਰ ਕੋਈ ਪੰਜਾਬ ਜਾਂ ਫਿਰ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰੇਗਾ, ਕਿਸੇ ਵੀ ਤਰੀਕੇ ਦੇ ਨਾਲ ਕੋਈ ਅਜਿਹੀ ਐਕਟੀਵਿਟੀ ਕਰੇਗਾ ਜੋ ਦੇਸ਼ ਵਿਰੋਧੀ ਹੈ, ਤਾਂ ਫਿਰ ਉਸ ਤੇ ਉਸ ਤਰੀਕੇ ਦੇ ਨਾਲ ਕਾਰਵਾਈ ਹੋਏਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਜ਼ਰਾਂ ਜਿਹੜੀਆਂ ਨੇ ਉਹ ਬਣੀਆਂ ਰਹਿਣਗੀਆਂ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਸਲਾ ਚੱਲ ਰਿਹਾ ਹੈ। ਵਿਰਸਾ ਸਿੰਘ ਵਟੋਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜ ਚੁੱਕੇ ਨੇ। ਵਟੋਆ ਸਾਹਿਬ, ਅੱਤਵਾਦੀ ਪੰਨੂ ਦੀਆਂ ਪ੍ਰਾਪਰਟੀ ਜ਼ਬਤ ਹੋ ਰਹੀਆਂ ਨੇ, ਜਿਹੜੀਆਂ ਚੰਡੀਗੜ੍ਹ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਿੱਥੇ-ਜਿੱਥੇ ਹੁਣ ਐਨਆਈਏ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ। ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ ਇਸ ਕਾਰਵਾਈ ਨੂੰ? ਦੇਖੋ, ਮੈਂ ਪਹਿਲੀ ਤਾਂ ਗੱਲ ਅੱਤਵਾਦੀ ਤਾਂ ਮੈਂ ਕਹਿੰਦਾ ਨਹੀਂ, ਕਿਉਂਕਿ ਅੱਤਵਾਦੀ ਹੁੰਦਾ ਜਿਹੜਾ ਕਿਸੇ ਦੇ ਕਤਲ 'ਚ ਸ਼ਾਮਲ ਹੋਵੇ, ਕਿਸੇ ਨੇ ਕੋਈ ਮਾਰ-ਤਾੜ ਕੀਤੀ ਹੋਵੇ। ਉਹ ਆਪਦੀ, ਭਾਵੇਂ ਮੈਂ ਵੀ ਉਸ ਗੱਲ ਨਾਲ ਸਹਿਮਤ ਨਹੀਂ, ਉਹਨਾਂ ਦੀ ਮੰਗ ਨਾਲ ਸਹਿਮਤ ਨਹੀਂ, ਉਹਨਾਂ ਦੇ ਏਜੰਡੇ ਨਾਲ ਸਹਿਮਤ ਨਹੀਂ, ਉਹ ਆਪਦੀ ਬਾਹਰਲੇ ਦੇਸ਼ਾਂ 'ਚ ਉੱਥੋਂ ਦੇ ਕਾਨੂੰਨ ਦੇ ਵਿੱਚ ਰਹਿ ਕੇ, ਜ਼ਾਬਤੇ ਦੇ ਵਿੱਚ ਰਹਿ ਕੇ ਆਪਦੀ ਮੰਗ ਕਰਦੇ ਹੈ। ਭਾਵੇਂ ਕਿ ਜਿਸ ਭਾਸ਼ਾ ਦੀ ਉਹ ਵਰਤੋਂ ਕਰਦੇ ਉਸ ਭਾਸ਼ਾ ਨਾਲ ਵੀ ਮੈਂ ਸਹਿਮਤ ਨਹੀਂ। ਹਾਂ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਜਦੋਂ ਕੋਈ ਅਜਿਹੇ ਰਸਤੇ ਤੇ ਤੁਰਦਾ ਆ, ਜਦੋਂ ਕੋਈ ਕਦਮ ਪੁੱਟਦਾ ਆ, ਤੇ ਫਿਰ ਅਜਿਹੀਆਂ ਕਾਰਵਾਈਆਂ ਦਾ ਵੀ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਤੇ ਜੇ ਕੋਈ ਕਰ ਰਿਹਾ ਤੇ ਦੇਖੋ, ਦੇਸ਼ ਦਾ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਐਨਆਈਏ ਕਰ ਰਹੀ ਹੋਊਗੀ। ਹਾਂਜੀ, ਕਾਨੂੰਨ ਤੋਂ ਬਾਹਰ ਤਾਂ ਜਾ ਨਹੀਂ ਸਕਦੀ। ਹਾਂਜੀ, ਤੇ ਕਿਉਂਕਿ ਉਹ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਹੈ, ਐਨਆਈਏ ਦੀ ਲਿਸਟ ਦੇ ਵਿੱਚ ਹੈ। ਕਿਉਂਕਿ ਜਿਹੜਾ ਸਾਡਾ ਦੇਸ਼ ਹੈ, ਦੇਸ਼ ਦੇ ਕਾਨੂੰਨ ਨੂੰ ਤੋੜਨ ਵਾਲੀ ਜੇ ਉਹਨੇ ਗੱਲ ਕੀਤੀ ਹੈ, ਹਾਂਜੀ, ਤੇ ਕਾਨੂੰਨੀ ਕਾਰਵਾਈ ਕਰੀ ਜਾਣ, ਉਹਦਾ ਕੋਈ ਇਤਰਾਜ਼ ਨਹੀਂ। ਪਰ ਜਿਸ ਤਰ੍ਹਾਂ ਦੀਆਂ ਖਬਰਾਂ ਹਰਦੀਪ ਸਿੰਘ ਨਿੱਜਰ ਨੂੰ ਲੈ ਕੇ ਆਈਆਂ ਨੇ ਕੈਨੇਡਾ ਤੋਂ, ਕਿ ਭਾਵੇਂ ਵੀ ਮੋਸਟ ਵਾਂਟਡ ਲਿਸਟ ਦੇ ਵਿੱਚ ਸੀਗਾ, ਤੇ ਪਰ ਜਿਸ ਤਰ੍ਹਾਂ ਉਹਨੂੰ ਐਲੀਮੀਨੇਟ ਕਰਨ ਦੀਆਂ ਖਬਰਾਂ ਆਈਆਂ ਨੇ, ਖਤਮ ਕਰਨ ਦੀਆਂ ਖਬਰਾਂ ਆਈਆਂ ਨੇ, ਉਹਦਾ ਕਤਲ ਕਰਨ ਦੀਆਂ ਖਬਰਾਂ ਆਈਆਂ ਨੇ, ਉਹ ਚਿੰਤਾਜਨਕ ਹੈ। ਬਾਕੀ ਤੇ ਕਾਰਵਾਈਆਂ ਚੱਲਦੀਆਂ ਰਹਿੰਦੀਆਂ, ਕਰਨੀ ਚਾਹੀਦੀ ਹੈ, ਐਨਆਈਏ ਨੂੰ ਕਰਨੀ ਚਾਹੀਦੀ ਹੈ, ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਪਰ ਇਸ ਦਾ ਇਹ ਵੀ ਇਸ ਦੇ ਮਾਇਨੇ ਕੱਢੇ ਜਾਣ ਵਲਟੋਆ ਸਾਹਿਬ ਕਿ ਜੇਕਰ ਕੋਈ ਕ੍ਰਾਈਮ ਕਰ ਰਿਹਾ ਹੈ ਜਾਂ ਫਿਰ ਜੋ ਦੂਜੇ ਮੁਲਕ ਦੇ ਵਿੱਚ ਬੈਠ ਕੇ ਭਾਰਤ ਦੇ ਵਿੱਚ ਵੰਡੀਆਂ ਪਾਉਣ ਦੀ ਜਾਂ ਕਿਸੇ ਵੀ ਦੇਸ਼ ਦੇ ਵਿੱਚ ਵੰਡੀਆਂ ਪਾਉਣ ਦੀ ਸਾਜ਼ਿਸ਼ਾਂ ਰਚ ਰਿਹਾ ਹੈ, ਨੌਜਵਾਨਾਂ ਨੂੰ ਵਰਗਲਾ ਰਿਹਾ ਹੈ, ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਫਿਰ ਉਹ ਲੁੱਕ ਕੇ ਨਹੀਂ ਬੈਠ ਸਕਦਾ, ਕਿਸੇ ਦੇ ਵਿੱਚ ਪਨਾਹ ਨਹੀਂ ਲੈ ਸਕਦਾ। ਵਲਟੋਆ ਸਾਹਿਬ, ਮੈਂ ਵਾਪਸ ਆਵਾਂਗੀ। ਰਵਨੀਤ ਬਿੱਟੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਮੈਂਬਰ ਪਾਰਲੀਮੈਂਟ ਨੇ, ਆਗੂ ਨੇ ਕਾਂਗਰਸ ਦੇ ਵੱਡੇ। ਬਿੱਟੂ ਸਾਹਿਬ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਗੁਰਪਤਵੰਤ ਪੰਨੂ ਦੀਆਂ ਪ੍ਰਾਪਰਟੀਆਂ ਅਟੈਚ ਹੋ ਰਹੀਆਂ ਨੇ, ਐਨਆਈਏ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਇਹਨੂੰ ਵੇਖਿਆ ਜਾਵੇ? ਹਾਲਾਂਕਿ ਜ਼ਿਕਰਯੋਗ ਇਹ ਵੀ ਹੈ ਕਿ ਪਿਛਲੇ ਦਿਨਾਂ ਤੋਂ ਜੋ ਤਣਾਅ ਬਣਿਆ ਹੋਇਆ ਹੈ ਹਰਦੀਪ ਨਿੱਜਰ ਦੇ ਕਤਲ ਨੂੰ ਲੈ ਕੇ, ਜੋ ਸਟੇਟਮੈਂਟ ਆਈ ਕੈਨੇਡਾ ਦੀ, ਉਸ ਤੋਂ ਬਾਅਦ ਜੋ ਸਾਰੇ ਬਿਆਨਬਾਜ਼ੀਆਂ ਆ ਰਹੀਆਂ ਨੇ। ਮੈਂ ਬੜੇ ਵਿਸਤਾਰ ਨਾਲ ਗੱਲ ਕਰੂੰ। ਇਹ ਵਲਟੋਆ ਸਾਹਿਬ ਕੀ ਬੋਲ ਕੇ ਗਏ, ਮੈਂ ਸੁਣਿਆ ਨਹੀਂ ਪਹਿਲਾਂ। ਇਹ ਹੱਕ 'ਚ ਬੋਲ ਕੇ ਗਏ ਬਣੇ ਹੋਏ ਆ ਜੀ ਨਾਲ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕ੍ਰਾਈਮ ਕਰਦਾ ਹੈ, ਕਿਸੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
ਪਰ ਕਤਲ ਹੋਣਾ ਜਾਂ ਫਿਰ ਜੋ ਕੋਈ ਸਾਜ਼ਿਸ਼ ਰਚ ਕੇ ਉਸ ਨੂੰ ਕਤਲ ਕਰਨਾ ਉਹ ਗਲਤ ਹੈ। ਉਹਨਾਂ ਨੇ ਉਸ ਦੇ ਹੱਕ ਦੇ ਵਿੱਚ ਗੱਲ ਕਹੀ ਹੈ ਕਿ ਜੇਕਰ ਕਤਲ ਕੀਤਾ ਤਾਂ ਉਹ ਗਲਤ ਹੈ। ਹਾਂਜੀ ਬਿੱਟੂ ਸਾਹਿਬ, ਵੱਡੇ ਆ, ਮੈਂ ਪਹਿਲੀ ਗੱਲ ਤਾਂ ਮੈਂ ਮੁਬਾਰਕ ਦਿੰਦਾ, ਵਧਾਈ ਦਿੰਦਾ ਵਲਟੋਆ ਸਾਹਿਬ ਨੂੰ ਵੀ ਜਿਨ੍ਹਾਂ ਨੇ ਉਹਨਾਂ ਕੁਝ ਦੇਖਿਆ ਹੈ, ਝੱਲਿਆ ਇਹਨਾਂ ਨੇ। ਮੈਂ ਇਹ ਨਹੀਂ ਕਦੇ ਇਹਨਾਂ ਦਾ ਮੇਰਾ ਸਤਿਕਾਰਯੋਗ ਨੇ, ਪਰ ਅੱਜ ਹੱਕ 'ਚ ਬੋਲੇ ਆ ਇਸ ਗੱਲ ਦੇ ਵੀ ਇਹ ਦੇਸ਼ ਦੇ ਖਿਲਾਫ ਜਾਂ ਪੰਜਾਬ ਦੇ ਜਿਹੜਾ ਇਹ ਵੱਡੀ ਗੱਲ ਆ। ਦੇਖੋ ਦੂਜੀ ਠੀਕ ਆ, ਹਰ ਦਾ ਆਪਣਾ ਆਪਣਾ ਵਿਊ ਪੁਆਇੰਟ, ਇਹ ਲੋਕਤੰਤਰ ਡੈਮੋਕ੍ਰੇਸੀ 'ਚ ਹਰੇਕ ਦੀ ਗੱਲ ਕਹਿਣ ਦਾ ਹੱਕ ਆ, ਉਸ ਤਰੀਕੇ ਨਾਲ ਮੈਂ ਆਪਣੀ ਕਹਿ ਰਿਹਾ। ਪਰ ਇੱਕ ਗੱਲ ਨੂੰ ਸਮਝੋ, ਪੰਜਾਬ ਨੇ ਬਹੁਤ ਕੁਝ ਚੱਲ ਲਿਆ। ਇੱਕ ਪਹਿਲੀ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਿੱਖਾਂ ਨਾਲ ਹੀ ਕਿਉਂ ਇਹ ਖੇਡਾਂ ਖੇਡੀਆਂ ਜਾਂਦੀਆਂ, ਪੰਜਾਬੀਆਂ ਨਾਲ ਹੀ ਕਿਉਂ ਖੇਡਾਂ ਖੇਡੀਆਂ ਜਾਂਦੀਆਂ। ਜਿੱਥੇ ਯਾਰ ਦੇਖੋ ਉੱਥੇ ਪੰਜਾਬੀ ਨੂੰ ਟਾਰਗੇਟ ਕਰ ਲੈਂਦੇ ਆ, ਜਿੱਥੇ ਦੇਖੋ ਟਰੂਡੋ ਸਾਹਿਬ ਠੀਕ ਆ। ਮੈਂ ਇੱਕ ਪਹਿਲੀ ਗੱਲ ਮੈਂ ਜ਼ਰੂਰ ਇਹ ਗੱਲ ਕਹੂੰਗਾ ਗੁਰਜੋਤ ਜੀ ਵੀ ਜਿੰਨਾ ਮਾਣ ਸਤਿਕਾਰ ਪੰਜਾਬੀਆਂ ਨੂੰ ਕੈਨੇਡਾ 'ਚ ਮਿਲਿਆ ਹੈ ਜੀ, ਮੈਂ ਕਹੂੰਗਾ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਮਿਲਿਆ। ਅੱਜ ਮੈਂ ਸਮਝਦਾ ਅਸੀਂ ਕਹਿੰਦੇ ਆ ਵੀ ਦੂਜਾ ਪੰਜਾਬ ਆ ਜਿਹੜਾ, ਉਹ ਚਾਹੇ ਵੈਨਕੂਵਰ ਸਰੀ ਦੀ ਗੱਲ ਕਰੀਏ, ਚਾਹੇ ਟੋਰਾਂਟੋ ਦੀ ਗੱਲ ਕਰੀਏ, ਅੱਜ ਦੂਜਾ ਪੰਜਾਬ ਆ ਉੱਥੇ। ਹੁਣ ਇਹ ਤੇ ਮੈਂ ਬਾਅਦ ਚ ਆਉਣਾ, ਇਹ ਗੱਲਾਂ ਨਾਲ ਤਕਲੀਫ ਕਿਹਨੂੰ ਹੋਣੀ ਆ? ਸਾਡਿਆਂ ਨੂੰ। ਅਸੀਂ ਰੋਜ਼ ਸਾਡੇ ਜਹਾਜ਼ ਜਿਹੜੇ ਹਜ਼ਾਰਾਂ ਦੇ ਹਜ਼ਾਰ ਭਰ ਕੇ ਜਿਹੜੇ ਆ ਉਹ ਕੈਨੇਡਾ ਜਾਂਦੇ ਆ, ਕੈਨੇਡਾ ਤੋਂ ਸਾਡੇ ਉਰੇ ਆਉਂਦੇ ਆ। ਤਕਲੀਫ ਕਿਹਨੂੰ ਹੋਈ? ਇੱਕ ਪਰਿਵਾਰ ਘੱਟੋ ਘੱਟ 15 ਲੱਖ ਰੁਪਈਆ ਜਿਹੜਾ ਉਹ ਭੇਜਿਆ ਜਾਂਦਾ ਇੱਕ ਬੱਚੇ ਦਾ। ਉਦੋਂ ਬਾਅਦ ਉੱਥੋਂ ਦੇਖੋ ਸਾਨੂੰ ਜਿਹੜੀ ਕਮਾਈ ਆ, ਜਿਹੜੇ ਉੱਥੇ ਬੜੇ ਹੋਟਲ ਰਹੇ, ਲੱਖਾਂ ਕਿੱਲੇ ਜ਼ਮੀਨਾਂ ਏ, ਟਰੱਕ ਚਲਾਉਂਦੇ ਆ, ਮਿਹਨਤਾਂ ਕਰਦੇ ਆ, ਪ੍ਰੋਪਰਟੀ ਡੀਲਰ ਨੇ, ਵੱਡੇ ਰੀਅਲ ਸਟੇਟ, ਉਹ ਪੈਸਾ ਸਾਡੇ ਦੇਸ਼ 'ਚ ਆ ਰਿਹਾ। ਆਪਣੇ ਪਿੰਡਾਂ 'ਚ ਦੇਖੋ ਕਿੰਨੀਆਂ ਕੋਠੀਆਂ ਬਣੀਆਂ, ਕਿੱਡੇ ਘਰ ਬਣੇ ਹੋਏ ਨੇ, ਤੇ ਹੋਰ ਇੱਥੇ ਆ ਕੇ ਬਿਜ਼ਨਸ ਕਰਦੇ ਆ। ਤਕਲੀਫ ਸਾਨੂੰ। ਹੁਣ ਮੈਂ ਇਹ ਤੇ ਆਨਾ, ਇਹ ਜਿਹੜਾ ਇਹ ਸੱਚ ਹੈ ਜਿਹੜਾ ਪੰਨੂ, ਇਹ ਅਸੀਂ ਬਾਰ-ਬਾਰ ਸਾਡੀ NIA ਤੁਸੀਂ ਦਿਖਾ ਰਹੇ ਹੋ, ਬਾਰ-ਬਾਰ ਸਾਡੀ ਪੰਜਾਬ ਸਰਕਾਰ ਕੋਈ ਰਹੀ ਹੋਵੇ, ਕਿਸੇ ਪਾਰਟੀ ਦੀ ਗੱਲ ਨਹੀਂ, ਇਹ ਪੰਨੂ ਬਾਰੇ ਕਹਿੰਦੇ ਰਹੇ ਆ ਵੀ ਇਹ ਬਾਹਰੋਂ ਕਦੇ ਕਿਸੇ ਮੰਦਿਰ ਤੇ ਖਾਲਿਸਤਾਨ ਲਿਖਾ ਦਿੰਦਾ ਹੈ $500 ਦੇ ਕੇ, ਕਦੇ ਕਿਸੇ ਗੁਰਦੁਆਰਾ ਸਾਹਿਬ ਦੇ ਮੂਹਰੇ ਲਿਖਾ ਦਿੰਦਾ ਹੈ, ਕਦੇ ਕਿਸੇ ਸਾਡੇ ਦਿਨ ਤਿਉਹਾਰ 15 ਅਗਸਤ 26 ਜਨਵਰੀ ਉਹ ਸ਼ਰਾਰਤ ਇਹ ਕਰ ਦਿੰਦਾ ਹੈ। ਹੁਣ ਉੱਥੇ ਇਹਨੇ ਕਹਿਤਾ ਮੈਂ ਹਿੰਦੂਆਂ ਨੂੰ ਨਹੀਂ ਰਹਿਣ ਦਿੰਦਾ। ਹੁਣ ਇਹ ਕੌਣ ਹੁੰਦਾ ਸਾਡੇ ਸਿੱਖਾਂ ਹਿੰਦੂਆਂ 'ਚ ਦਰਾਰ ਪਾਉਣ ਵਾਲੀ? ਭਾਈ ਅਸੀਂ ਸਭ ਤੋਂ ਵੱਧ ਦੇਸ਼ੀ, ਸਭ ਨੂੰ ਪਤਾ ਹੈ, ਬਾਰ-ਬਾਰ ਕਹਿਣਾ ਚੰਗਾ ਵੀ ਨਹੀਂ ਲੱਗਦਾ, ਸਭ ਤੋਂ ਵੱਧ ਆਜ਼ਾਦੀ 'ਚ ਯੋਗਦਾਨ ਸਾਡਾ ਦੇਸ਼ ਦੀ, ਤੇ ਸਭ ਤੋਂ ਵੱਧ ਨੁਕਸਾਨ ਝੱਲਿਆ ਜੋ ਅਸੀਂ ਝੱਲਿਆ। ਇਹ ਉਸ ਤੋਂ ਬਾਅਦ ਮੈਂ ਗੱਲ ਕਰਾਂ, ਅੱਜ ਵੀ 10 ਸਾਲ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਰਹੇ ਆ, ਇਸੇ ਤਰੀਕੇ ਨਾਲ ਸੂਬੇ ਦੇ ਮੁੱਖ ਮੰਤਰੀ ਹਮੇਸ਼ਾ ਸਾਡੇ ਪੰਜਾਬ ਦੇ ਪੰਜਾਬੀ ਰਹੇ ਨੇ, ਹੋਰ ਬਹੁਤ ਸਾਡੀਆਂ ਜਨਰਲ ਸਾਡੇ ਰਹੇ ਆ। ਹੁਣ ਵੀ ਕੌਣ ਸ਼ਹਾਦਤਾਂ ਦੇ ਰਿਹਾ ਦੇਸ਼ ਲਈ? ਆ ਗਰੇਵਾਲ ਨਵਦੀਪ, ਆਪਾਂ 4 ਦਿਨ ਦੀ ਗੱਲ ਆ ਜਿਹੜਾ ਸ਼੍ਰੀਨਗਰ 'ਚ ਇਹਦੀ ਜਹਿਗਾ 'ਚ ਲੜਾਈ ਪਾਕਿਸਤਾਨ ਦੇ ਅੱਤਵਾਦੀਆਂ ਦੇ ਖਿਲਾਫ ਹੋਈ, ਸ਼ਹੀਦ ਕੌਣ ਹੋਇਆ? ਰੁਲਿਆ ਕੌਣ? ਸਾਡੇ ਪੰਜਾਬੀ, ਸਾਡੀ ਧੀ। ਬਿਲਕੁਲ ਤੁਹਾਡੀ ਗੱਲ ਨਾਲ ਸਾਰੇ ਸਹਿਮਤ। ਬਿੱਟੂ ਸਾਹਿਬ ਦੇਖੋ, ਜੋ ਭਾਰਤ ਸਰਕਾਰ ਨੇ ਪਿਛਲੇ ਦਿਨਾਂ 'ਚ ਜਵਾਬ ਦਿੱਤਾ ਹੈ ਕੈਨੇਡਾ ਸਰਕਾਰ ਨੂੰ, ਜਾਂ ਜੋ ਵੀ ਉਹਨਾਂ ਨੇ ਉਸ ਸਟੇਟਮੈਂਟ ਤੇ ਕਾਰਵਾਈ ਕੀਤੀ ਹੈ, ਉਸ ਤੋਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ? ਤੁਹਾਡੇ ਮਾਇਨੇ ਦੇ ਵਿੱਚ ਬਿਲਕੁਲ ਠੀਕ ਹੈ। ਤੁਹਾਡਾ ਚੈਨਲ ਸਾਰੀ ਦੁਨੀਆ 'ਚ ਦੇਖਿਆ ਜਾਂਦਾ, ਪੰਜਾਬ ਦਾ ਸਭ ਤੋਂ ਵੱਡਾ ਚੈਨਲ ਆ। ਮੈਂ ਇੱਕ ਗੱਲ ਕਹਿਣ ਦਾ ਮੈਨੂੰ ਟਾਈਮ ਜ਼ਰੂਰ ਦਿਓ। ਜੀ ਇੱਕ 99.5 ਜਿਹੜੇ ਪੰਜਾਬੀ ਨੇ, ਜਿਹੜੇ ਬਾਹਰ ਰਹਿੰਦੇ ਆ, ਸਿੱਖ ਹੋਣ, ਹਿੰਦੂ ਹੋਣ, ਹਿੰਦੁਸਤਾਨੀ, ਉਹ ਸਾਰੇ ਆਪਣਾ ਕਾਰੋਬਾਰ ਕਰਦੇ ਆ, ਆਪਣਾ ਬਿਜ਼ਨਸ ਕਰਦੇ ਆ, ਆਪਣੀ ਮਿਹਨਤ ਕਰਕੇ ਉਹਨਾਂ ਨੇ ਰੋਟੀ ਕਮਾਈ ਆ, ਉਹਨਾਂ ਨੂੰ ਕੋਈ ਕਿਸੇ ਨਾਲ ਮਤਲਬ ਨਹੀਂ। ਹੁਣ ਗੱਲ ਕੀ ਆ, ਇਹ ਟਰੂਡੋ ਸਾਹਿਬ ਦੇ ਪਿਤਾ ਜੀ ਜਦੋਂ ਪ੍ਰਧਾਨ ਮੰਤਰੀ ਸੀ, ਉਦੋਂ ਕਨਿਸ਼ਕਾ ਸਭ ਤੋਂ ਵੱਡਾ, ਤੁਹਾਨੂੰ ਪਤਾ, 에ਅਰ ਬਲਾਸਟ ਹੋਇਆ ਸੀ 에ਅਰ ਇੰਡੀਆ ਦਾ, ਇਹ ਜੂਨ ਦੇ ਮਹੀਨੇ 'ਚ 1985। ਉਹਨੂੰ ਵੀ ਮੈਂ ਬਾਰ-ਬਾਰ ਕਹਿੰਦਾ, ਉਹਦੇ ਪਾਇਲਟ ਮੇਰੇ ਮਾਮਾ ਜੀ ਵਾਈਫ ਦੇ ਭਿੰਡਰ ਸਾਹਿਬ ਉਹਦੇ ਪਾਇਲਟ ਸੀ, ਤੇ 331 ਬੰਦੇ ਉਹ 'ਚ ਮਾਰੇ ਗਏ ਸੀ। ਤੇ ਉਹ ਤਿੰਨੋਂ ਬੰਦੇ, ਚਾਹੇ ਉਹ ਰਿਪੂ ਚਮਨ ਸੀ, ਚਾਹੇ ਉਹ ਮਲਿਕ ਸੀ, ਸਾਰੇ ਤਿੰਨੋਂ ਬੰਦੇ ਜਿਹੜੇ ਬੰਬ ਚਲਾਉਣ ਵਾਲੇ ਸੀ, ਉਹਨਾਂ ਨੂੰ ਪਨਾਹ ਕੈਨੇਡਾ ਨੇ ਦਿੱਤੀ ਉਸ ਵੇਲੇ ਵੀ, ਇਹਦੇ ਫਾਦਰ ਨੇ। ਤੇ ਹੁਣ ਵੀ ਇਹ ਜਿਹੜੇ ਪੰਨੂ ਸਾਹਿਬ ਨੇ, ਨਿੱਜਰ ਆ ਜਾਂ ਹੋਰ ਜਿਹੜੇ 12 ਬੰਦੇ ਆ ਜਿਨ੍ਹਾਂ ਤੇ ਅਸੀਂ ਲਿਸਟ ਬਾਰ-ਬਾਰ ਭੇਜਦੇ ਆ, ਜਿਹੜੇ ਚਾਹੇ ਆ ਲੇਟੈਸਟ ਮੂਸੇਵਾਲੇ ਦਾ ਕਿਲਰ ਆ, ਉਹ ਉੱਥੇ ਬੈਠਾ, ਉਹ ਵੀ ਪੰਜਾਬੀ ਆ ਨਾ, ਸਿੱਖ ਆ ਨਾ ਜਿਹਨੂੰ ਮਾਰਿਆ। ਤੇ ਪਰਸੋਂ ਮੋਗੇ ਜਿਹੜਾ ਮਾਰਿਆ ਇੱਕ ਮੁੰਡਾ, ਬਲਾਕ ਪ੍ਰਧਾਨ ਸੀ ਸਾਡਾ, ਉਹ ਵੀ ਸਿੱਖ ਸੀ ਨਾ। ਹੁਣ ਇੱਕ ਗੱਲ ਸਮਝੋ, ਇਹ ਸਾਰਿਆਂ ਨੂੰ
ਉੱਥੇ ਬਿਠਾ ਕੇ ਉਹ ਬੈਠਾ ਹੈ। ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਕਨਿਸ਼ਕਾ, ਮੈਨੂੰ ਪਤਾ ਮਾਮੀ ਜੀ ਹੋਣੀ ਉਹਨਾਂ ਦੇ ਬੱਚੇ ਕਿਵੇਂ ਬੜੇ ਹੋਏ, 85 ਤੋਂ ਪੂਰਾ ਸੀ ਉਹਨਾਂ ਦੀ ਗੋਦੀ, ਕਿਵੇਂ ਉਹਨਾਂ ਨੇ ਪਾਲੇ। ਹੁਣ ਇਹ ਜਿਹੜੇ ਰੋਜ਼ ਉੱਥੇ ਮਾਰ ਰਹੇ ਆ, ਅਸੀਂ ਇਹਨਾਂ ਨੂੰ ਕਹਿੰਦੇ ਵੀ ਉਰੇ ਭੇਜਦੇ ਉਹਨਾਂ ਨੂੰ ਸਿੱਧੀ। ਹੁਣ ਕੋਈ ਵੀ ਆਮ ਹਿੰਦੁਸਤਾਨੀ ਚਾਹੇ ਪੰਜਾਬੀ ਜਿਹੜਾ ਕੋਈ ਚੰਗਾ, ਉਹਨੂੰ ਤਾਂ ਵੀਜ਼ਾ ਦੇਣਾ ਨਹੀਂ, ਉਹਨੂੰ ਤਾਂ ਕਦੇ PR ਦੇਣੀ ਨਹੀਂ, ਅਸਾਈਲਮ ਦੇਣਾ ਨਹੀਂ। ਤੇ ਜਿੰਨੇ ਜਿਨ੍ਹਾਂ ਤੇ 22 24 ਕੇਸ ਨੇ ਉਹਨਾਂ ਨੂੰ ਉੱਥੇ ਅਸਾਈਲਮ ਦਿੱਤੀ ਆ। ਕਿਉਂ? ਹੁਣ ਸਮਝਿਓ, ਇਹ ਨਿੱਜਰ ਦੇ ਕਬਜ਼ੇ 'ਚ 10 ਗੁਰਦੁਆਰੇ ਸੀਗੇ। ਗੁਰਦੁਆਰਾ ਸਾਹਿਬ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂਆਂ ਨੂੰ ਮੱਥਾ ਟੇਕਣ ਜਾਣਾ, ਲੋਕ ਉੱਥੇ ਉਹਦੀ ਸ਼ਰਧਾ ਨੂੰ ਜਾਣਾ ਹੈ। ਹੁਣ ਗੁਰਦੁਆਰੇ ਪਿੱਛੋਂ 10 ਨਿੱਜਰ ਦੇ ਕੋਲ ਸੀ ਤੇ ਪੰਨੂ ਨੇ ਅੱਗੇ 10 ਬੰਦੇ ਰੱਖਿਆ ਜਿਹਦੇ ਕੋਲ 100 ਗੁਰਦੁਆਰਾ ਇਹਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਜਿੰਨਾ ਚੜਾਵਾ ਚੜਦਾ ਉੱਥੇ ਡਾਲਰਾਂ 'ਚ ਹਫ਼ਤੇ ਦਾ ਲੱਖਾਂ ਡਾਲਰ ਆ ਜਿਹੜਾ ਸਾਰੇ ਗੁਰਦੁਆਰਿਆਂ ਦਾ ਚੜਾਵਾ, ਇਹ 0.5% ਲੋਕ ਨੇ ਜਿਹੜੇ, ਇਹ ਸਾਰਾ ਟਰੂਡੋ ਦੀ ਪਾਰਟੀ ਨੂੰ ਜਾਂਦਾ, ਉਹਦੇ MLA MP ਕਾਉਂਸਲਰ ਉਹਨਾਂ ਨੂੰ ਜਾਂਦਾ। ਜਿਹੜਾ ਪੰਜਾਬ ਦੇ ਵਿੱਚ ਜਿੰਨੀ ਫਰੌਤੀ ਮੰਗੀ ਜਾਂਦੀ ਹੈ, ਮੈਂ ਹੁਣ ਰਿਕਾਰਡ ਕਹਿ ਰਿਹਾ, ਜੋ ਜਿੰਨੀ ਫਰੌਤੀ ਮੰਗੀ ਜਾਂਦੀ ਹੈ, ਚਾਹੇ ਕਿਸੇ ਬਿਜ਼ਨਸਮੈਨ ਨੂੰ ਫੋਨ ਆਉਂਦਾ, ਚਾਹੇ ਕਿਸੇ ਕਾਰੋਬਾਰੀ ਨੂੰ ਆਉਂਦਾ, ਚਾਹੇ ਕਿਸੇ ਦੁਕਾਨ ਵਾਲੇ ਨੂੰ, ਛੋਟੇ ਸ਼ਹਿਰਾਂ 'ਚ ਆ ਰਹੇ ਆ। ਪਰਸੋਂ ਕੱਲ ਹੀ ਤੁਸੀਂ ਦਿਖਾ ਰਹੇ ਸੀ ਵੀ 9 ਵਜੇ 7 ਵਜੇ ਟੈਲੀਫੋਨ ਆਇਆ, 9 ਵਜੇ ਗੋਲੀ ਚਲਾਤੀ ਉਹ ਲੰਡੇ ਨੇ ਜਾਂ ਜਿਹੜਾ ਵੀ ਇਹ ਹੈਗਾ। ਤੇ ਦੂਜੀ, ਹੁਣ ਉਹ ਸਾਰੇ ਦਾ ਸਾਰਾ ਜਿਹੜੇ ਟੈਲੀਫੋਨ ਆਉਂਦੇ ਐਕਸਟੋਰਸ਼ਨ ਮਨੀ ਦੇ, ਉਹ ਸਾਰੇ ਦਾ ਸਾਰੇ ਟੈਲੀਫੋਨ ਕੈਨੇਡਾ ਤੋਂ ਆ ਰਹੇ ਆ। ਜਦੋਂ ਐਕਸਟੋਰਸ਼ਨ ਮਨੀ ਕੋਈ ਭੇਜਦਾ ਹੈ ਬਾਅਦ ਤਾਂ ਪੁਲਿਸ ਨੂੰ ਦੱਸ ਦਿੰਦਾ ਦੇ ਕੇ, ਉਹ ਸਾਰੀ ਦੇ ਸਾਰੇ ਜਿਹੜੇ ਪੈਸੇ ਨੇ ਉਹ ਵਾਇਰ ਰਾਹੀਂ ਉਹ ਸਾਰੇ ਕੈਨੇਡਾ ਜਾ ਰਹੇ ਆ। ਇਹ ਤੁਸੀਂ ਦੇਖੋ, ਜਿੰਨਾ ਡਰੱਗ ਆ ਰਿਹਾ ਆਪਣੇ ਨੌਜਵਾਨ ਟੀਕੇ ਫਸੇ ਰਹਿ ਰਹੇ ਆ, ਉਹ ਕੈਨੇਡਾ ਤੋਂ ਹੋ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ ਉਰੇ, ਇਹ ਸਾਰੇ ਬੰਦੇ ਉਹ ਕਰ ਰਹੇ ਆ। ਤੇ ਉੱਥੋਂ ਜਿਹਨੂੰ ਮਰਾਉਣਾ ਹੁੰਦਾ ਹਰਿਆਣੇ ਚੋਂ, UP ਚੋਂ ਲੱਖ 2-2 4-4 ਲੱਖ ਤੇ ਹਾਇਰ ਕਰਦੇ ਆ, ਵੈਪਨ ਉੱਥੋਂ ਭੇਜਦੇ ਆ। ਜਿਹੜੇ ਇਹ 12 ਟੌਪ ਗੈਂਗਸਟਰ ਬੈਠੇ ਆ, ਤੀਜੇ ਦਿਨ ਸਾਡੇ ਸੋਨੇ ਵਰਗੇ ਮੁੰਡਿਆਂ ਨੂੰ, ਸਾਡੇ ਨੌਜਵਾਨਾਂ ਨੂੰ ਮਾਰ ਜਾਂਦੇ ਆ। ਤੇ ਮੁੜ ਕੇ ਮਾਰਨ ਤੋਂ ਬਾਅਦ ਇੱਕ ਰੂਟ ਹੈ, ਨੇਪਾਲ ਤੋਂ ਚੜ੍ਹਦੇ ਆ, ਨੇਪਾਲ ਤੋਂ ਚੜ੍ਹ ਕੇ ਕੈਨੇਡਾ PR ਦੇਣ ਨੂੰ ਬੈਠਾ ਏ। ਦੱਸੋ ਫਿਰ ਕਿੱਧਰ ਜਾਈਏ? ਹਜੇ ਤਾਂ ਕਾਰਵਾਈ ਇਹ ਪੰਜਾਬੀ ਜਿਹੜੇ 99.5 ਨੇ ਉਹ ਜਾ ਕੇ ਮਿਲਣ ਟਰੂਡੋ ਨੂੰ, ਤੇ ਟਰੂਡੋ ਨੇ ਮੰਤਰੀਆਂ ਨੂੰ, MPਆਂ ਨੂੰ, ਭਾਈ ਜੇ 0.5% ਲੋਕਾਂ ਮਗਰ ਲੱਗਣਾ, ਗੈਂਗਸਟਰ ਜਿਹੜੇ ਨਸ਼ੇ ਨਾਲ ਬਰਬਾਦ ਕਰ ਰਹੇ ਆ ਸਾਡੇ ਪੰਜਾਬ ਨੂੰ ਜਾਂ ਸਾਡੇ ਨੌਜਵਾਨਾਂ ਨੂੰ ਮਾਰ ਰਹੇ ਆ, ਜਿਵੇਂ ਪਹਿਲਾਂ ਪਾਕਿਸਤਾਨ ਸੀ ਉਹੀ ਇਹ ਕੰਮ ਕਰਨ ਲੱਗ ਗਿਆ। ਜੇ 99.5% ਲੋਕ ਇਹਨੂੰ ਕਹਿ ਦੇਣ ਭਾਈ ਤੈਨੂੰ ਅਸੀਂ ਵੋਟ ਨਹੀਂ ਪਾਉਂਦੇ, ਤੇਰਾ ਅਸੀਂ ਵਿਰੋਧ ਕਰਾਂਗੇ, ਇਹਦੀ ਕੀ ਹਿੰਮਤ ਆ? ਪਰ ਉਹਨਾਂ ਨੂੰ ਉੱਠਣਾ ਪਊ ਪੰਜਾਬੀਆਂ ਨੂੰ। ਨਹੀਂ, ਲਿੰਕ ਰਿਸ਼ਤਾ ਤਾਂ ਆਪਣਾ ਟੁੱਟਣਾ ਹੈ। ਜੇ ਹਿੰਦੁਸਤਾਨ ਵੀ ਵੀਜ਼ੇ ਬੰਦ ਕਰ ਦੂਗਾ ਤੇ ਸਾਡੇ ਹੀ ਭਰਾ ਭੈਣ ਨੇ ਪੰਜਾਬ ਚ ਆਉਣਾ ਉਹਨਾਂ ਨੇ, ਬਿਲਕੁਲ। ਜੇ ਉਹ ਬੰਦ ਕਰ ਦੇਣਗੇ ਸਾਡਿਆਂ ਨੇ ਉੱਥੇ ਜਾਣਾ। ਅੱਜ 7 ਲੱਖ ਸਟੂਡੈਂਟ ਆ ਜਿਹੜਾ ਬੇਹਾਲ ਹੋਇਆ ਪਿਆ ਏ, ਜਿਹੜੇ ਮਾਂ-ਬਾਪ ਨੇ ਕਰਜ਼ੇ ਤੇ ਪੈਸੇ ਲੈ ਕੇ, ਕੋਠੀ ਵੇਚ ਕੇ, ਜ਼ਮੀਨ ਵੇਚ ਕੇ ਉਹਨਾਂ ਦੀਆਂ ਫੀਸਾਂ ਭਰ ਰਹੇ ਆ। ਉਹਨਾਂ ਨੂੰ ਅੱਗੇ ਵੀਜ਼ੇ ਐਕਸਟੈਂਡ ਹੋਣੇ ਆ ਜਾਂ ਨਹੀਂ ਹੋਣੇ, ਜਾਂ PR ਮਿਲਣੀ ਆ ਜਾਂ ਨਹੀਂ ਮਿਲਣੀ। 2 ਲੱਖ ਬੱਚਾ ਉਰੇ ਬੈਠਾ ਹੈ ਜਿਹਨੇ ਫੀਸ ਭਰੀ ਹੋਈ ਆ। ਠੀਕ ਹੈ, ਜਿਨ੍ਹਾਂ ਨੇ ਫੀਸ ਭਰੀ ਆ ਉਹਨਾਂ ਨੇ ਜਾਣਾ। ਮੈਂ ਇੱਕ ਅਖੀਰਲੀ ਗੱਲ ਕਹਿ ਕੇ ਬੰਦ ਕਰੂੰਗਾ। ਆ ਜਿਹੜਾ 15 ਸੈਕਟਰ ਵਾਲਾ ਘਰ ਆ, ਇਹ ਜਿਹੜਾ ਮੈਨੂੰ ਦਿਖ ਰਿਹਾ ਤੁਹਾਡੇ TV ਦੇ ਰਾਹੀਂ, ਇਹ ਜਿੰਨਾ ਚਿਰ ਜਿਵੇਂ ਇਹ ਸਾਡਾ ਨਾਮੋ ਨਿਸ਼ਾਨ ਮਟਾਉਣ ਲੱਗੇ ਆ ਨਾ ਇੱਥੇ ਆ ਕੇ ਗੋਲੀਆਂ, ਇਹ ਬਲਡੋਜ਼ਰ ਨਾਲ ਇਹ ਘਰ ਢਾਹ ਕੇ ਇਹਨਾਂ ਦਾ ਜਿੰਨਿਆਂ ਦਾ ਵੀ ਆ, ਇਹ ਨਾ ਉਰੇ ਨਾਂ ਨਹੀਂ ਦਿਖਣਾ ਚਾਹੀਦਾ ਕਿਤੇ। ਇਹ ਤਾਂ ਕੱਲਾ ਇਹਨੂੰ ਜ਼ਬਤ ਕਰਕੇ ਕੁਝ ਨਹੀਂ ਹੋਣਾ, ਇਹ ਤੇ ਬਲਡੋਜ਼ਰ ਚਲਾਉਣੇ ਚਾਹੀਦੇ। ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ, ਸੈਂਟਰ ਗਵਰਨਮੈਂਟ ਨੂੰ, ਇਹ UT 'ਚ ਇਹ ਰਹਿਣਾ ਨਹੀਂ ਚਾਹੀਦਾ। ਜਿਵੇਂ ਇਹ ਬੰਬ ਉਡਾ ਕੇ ਗੋਲੀਆਂ ਮਾਰਦੇ, ਇਹਨਾਂ ਦੇ ਘਰ ਵੀ ਜਿਹੜੇ ਆ ਉਹ ਉਰੇ, ਇਹ ਜਿਹੜਾ ਗੰਦ ਉੱਥੇ ਬੈਠਾ ਏ ਉਹਦਾ ਉਰੇ ਨਿਸ਼ਾਨ ਰਹਿਣਾ ਚਾਹੀਦਾ ਕਿਤੇ। ਇਹ ਵੱਡਾ ਕਦਮ, ਇਸ ਦੇ ਨਾਲ ਕੋਈ ਸਿਆਸਤ ਨਹੀਂ, ਕੋਈ ਕੁਛ ਨਹੀਂ, ਸਾਨੂੰ ਸਿੱਖਾਂ ਨੂੰ ਟਾਰਗੇਟ ਕਰਦਾ ਹੈ। ਟਰੂਡੋ ਕਰੇ ਆਪਣੀ ਗੱਲ ਕਰਨੀ ਆ, ਇੱਕ ਨਿੱਜਰ ਦੀ ਗੱਲ ਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ। ਜਾਂ ਤਾਂ ਕਦੇ ਸਬੂਤ ਦੇਵੇ ਵੀ ਭਾਈ ਆਹ ਬੰਦੇ ਨੇ ਆ ਕੇ ਸਾਡੇ ਨੇ ਇਹ ਕੰਮ ਕੀਤਾ ਹੈ। ਤੇ ਸਾਡੇ ਪੰਜਾਬ ਦੇ IPS ਨੇ ਜਿਨ੍ਹਾਂ ਨੇ ਮੇਰੇ ਦਾਦਾ ਜੀ ਵੇਲੇ ਕੰਮ ਕੀਤਾ, ਪੰਜਾਬ ਦੇ ਵਿੱਚ ਟੈਰਰਿਜ਼ਮ ਖਤਮ ਕੀਤਾ। ਅੱਜ NIA ਚੀਫ ਵੀ ਦਿਨਕਰ ਗੁਪਤਾ ਨੇ, ਜਿਹੜੇ DG ਸਾਡੇ ਪੰਜਾਬ ਦੇ ਰਹੇ, ਸਾਮੰਤ ਗੋਇਲ ਜਿਹੜੇ SSP ਪੰਜਾਬ ਦੇ ਰਹੇ, ਉਹ ਰॉ ਚੀਫ ਨੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕਰਨ ਲਈ। ਤਾਂ ਰਵਨੀਤ ਬਿੱਟੂ ਸਾਡੇ ਨਾਲ ਮੌਜੂਦ ਸਨ ਫੋਨ ਲਾਈਨ ਤੇ, ਔਰ ਉਹਨਾਂ ਨੇ ਗੱਲ ਰੱਖੀ ਹੈ, ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜੋ ਇਹ ਕੋਠੀ ਹੈ ਗੁਰਪਤਵੰਤ ਪੰਨੂ ਦੀ, ਇਸ ਨੂੰ ਬੁਲਡੋਜ਼ਰ ਦੇ ਨਾਲ ਢਾਣਾ ਚਾਹੀਦਾ ਹੈ। ਔਰ ਪੰਜਾਬ ਸਰਕਾਰ ਨੂੰ ਵੀ ਉਹ ਅਪੀਲ ਕਰ ਰਹੇ ਨੇ ਕਿ ਇਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਕਿਉਂਕਿ ਇੱਕਦਮ ਤੋਂ ਉੱਠਿਆ ਹੋਇਆ ਹੈ, ਗੁਬਾਰ ਹੈ, ਅਸੀਂ ਨਹੀਂ ਕਹਿ ਸਕਦੇ। ਤਾਂ ਮਨਜਿੰਦਰ ਸਿੰਘ ਬਿੱਟਾ ਸਾਡੇ ਨਾਲ ਫੋਨ ਲਾਈਨ ਲਾਈਵ ਮੌਜੂਦ ਨੇ, AIATF ਦੇ ਚੇਅਰਮੈਨ ਨੇ,
ਬਿੱਟਾ ਸਾਹਿਬ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤਾਂ ਗੁਰਪਤਵੰਤ ਪੰਨੂ ਦੀਆਂ ਜੀ ਪ੍ਰੋਪਰਟੀਆਂ ਜਿਹੜੀਆਂ ਨੇ ਉਹ ਜ਼ਬਤ ਹੋ ਰਹੀਆਂ ਨੇ। NIA ਵੱਡਾ ਐਕਸ਼ਨ ਕਰ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਲਗਾਤਾਰ ਕੈਨੇਡਾ ਔਰ ਭਾਰਤ ਦੇ ਵਿਚਕਾਰ ਬਿਆਨਬਾਜ਼ੀ ਤਲਖੀ ਦਾ ਮਾਹੌਲ ਹੈ, ਉਸੇ ਦੇ ਵਿਚਾਲੇ ਇਹ ਕਾਰਵਾਈ ਨੂੰ ਕਿਵੇਂ ਵੇਖ ਰਹੇ ਹੋ? ਦੇਖੋ, ਜਿਹੜਾ ਰਵਨੀਤ ਬਿੱਟੂ ਜੀ ਨੇ ਖੁੱਲੀਆਂ ਤੇ ਖਰੀਆਂ ਗੱਲਾਂ ਕਹੀਆਂ, ਬਿਲਕੁਲ ਸਪਸ਼ਟ ਤੇ ਸਾਫ਼ ਕਹੀਆਂ। ਇਹ ਅੱਜ ਦਾ ਭਾਰਤ ਹੈ। ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਪੰਨੂ ਹੈ, ਪੰਨੂ ਦਾ ਸਾਡੇ ਹਿੰਦੁਸਤਾਨ ਦੇ ਨਾਲ ਕੀ ਤਲਕ ਹੈ? ਸਾਡੇ ਦੇਸ਼ ਨਾਲ ਹੁਣ ਉਹਦਾ ਕੋਈ ਤਲਕ ਨਹੀਂ। ਜਿਹੜਾ ਇੱਕ ਆਤੰਕਵਾਦੀ, ਖੁਦ ਆਤੰਕਵਾਦੀਆਂ ਨੂੰ ਸ਼ਹਿ ਦੇਣ ਵਾਲਾ, ਨਾਰਕੋ ਟੈਰਰਿਜ਼ਮ ਫੈਲਾਉਣ ਵਾਲਾ, ਪੂਰੇ ਹਿੰਦੁਸਤਾਨ ਤੋਂ ਬਾਹਰ ਗੁਰਦੁਆਰੇ ਤੇ ਕਬਜ਼ਾ ਕਰਨ ਵਾਲਾ, ਕੈਨੇਡਾ ਦੇ ਵਿੱਚ ਗੁਰਦੁਆਰੇ ਤੇ ਕਬਜ਼ਾ ਕਰਨ ਵਾਲਾ। ਦੋ ਤਰ੍ਹਾਂ ਦੇ ਗੁਰਦੁਆਰਾ ਸਾਹਿਬ ਨੇ ਕੈਨੇਡਾ ਤੇ ਅਮਰੀਕਾ ਤੇ ਜਰਮਨੀ ਦੇ ਵਿੱਚ। ਇੱਕ 10 ਨੂੰਹਾਂ ਦੀਆਂ ਕਮਾਈਆਂ ਦੇ ਨਾਲ ਗੁਰਦੁਆਰੇ ਸਜਾਏ ਨੇ, ਉੱਥੇ ਗੁਰੂ ਮਹਾਰਾਜ ਦੇ ਸਰੂਪ ਲੱਗੇ ਨੇ। ਇੱਕ ਗੁਰਦੁਆਰਾ ਪੰਨੂ ਵਰਗੇ ਤੇ ਜਿਹੜਾ ਮਾਰਿਆ ਗਿਆ ਨਿੱਜਰ, ਇਹਨਾਂ ਨੇ ਸਜਾਏ ਸੀ, ਜਿੱਥੇ ਪੰਜਾਬ ਦੇ ਬੇਗੁਨਾਹਾਂ ਦੇ ਕਤਲੇਆਮ ਕਰਕੇ, ਨਿਹੱਥੇ ਲੋਕਾਂ ਨੂੰ ਮਾਰ ਕੇ, 36,000 ਬੇਗੁਨਾਹ ਲੋਕਾਂ ਦਾ ਕਤਲੇਆਮ ਕਰਕੇ, ਪੰਜਾਬ ਨੂੰ ਖਾਲੀ ਕਰਾ ਕੇ, ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਉਹਨਾਂ ਦੀਆਂ ਤਸਵੀਰਾਂ ਲਾਈਆਂ। ਥੱਲੇ ਗੁਰੂ ਗ੍ਰੰਥ ਸਾਹਿਬ। ਕੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਹੀਂ? ਕਿਆ ਕੋਈ ਬੋਲਣ ਵਾਲਾ ਨਹੀਂ? ਜੋ ਬਿੱਟੂ ਜੀ ਨੇ ਕਿਹਾ ਬਿਲਕੁਲ ਠੀਕ ਹੈ। ਇਹਦੀ ਜਿਹੜੀ ਵੀ ਪ੍ਰਾਪਰਟੀ ਉਹਨੂੰ ਬਲਡੋਜ਼ਰ ਫੇਰ ਦੇਣਾ ਚਾਹੀਦਾ, ਔਰ ਉਹ ਪ੍ਰਾਪਰਟੀ ਜਿਹੜੀ ਲੋਕਾਂ ਨੂੰ ਦੇ ਦੇਣੀ ਚਾਹੀਦੀ। ਕੋਈ ਜਿਮ ਖੋਲ ਲੈਣ, ਕੋਈ ਹਸਪਤਾਲ ਖੋਲ ਲੈਣ, ਨਹੀਂ ਤੇ ਇਸੇ ਪ੍ਰਾਪਰਟੀ ਦੇ ਵਿੱਚ ਕੋਈ ਗਰੀਬਾਰੀ ਸਰਕਾਰ ਹਸਪਤਾਲ ਇੱਥੇ ਖੋਲ ਦੇ। ਇਹਨਾਂ ਦਾ ਹਸ਼ਰ ਇਹ ਕਰਨਾ ਪਏਗਾ। ਇਹ ਇਕੱਲਾ ਪੰਨੂ ਨਹੀਂ, ਅੱਜ ਪੰਜਾਬ ਦੇ ਅੰਦਰ ਤੁਹਾਡੇ ਲੋਕਾਂ ਦੇ ਜਿਹੜੇ ਚੈਨਲ ਨਹੀਂ, ਇੱਕ ਲక్ష్ਮਣ ਰੇਖਾ ਕਵੀ ਪਾਰ ਨਹੀਂ ਕਰਦੇ। ਤੁਸੀਂ ਚੈਨਲ ਦੇ ਜ਼ਿੰਮੇਦਾਰ ਲੋਕ, ਤੁਸੀਂ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਕਰਦੇ, ਤੁਸੀਂ ਕੋਈ ਦੰਗੇ ਫਸਾਦ ਨਹੀਂ ਕਰਾਉਂਦੇ। ਹੁਣ ਕੈਨੇਡਾ ਪੰਜਾਬ ਬੰਦਾ ਜਾ ਰਿਹਾ। 4-5 ਸੋਸ਼ਲ ਮੀਡੀਆ ਦੇ ਚੈਨਲ ਜਰਾ ਖੋਲ ਕੇ ਤਾਂ ਦੇਖੋ। ਆ ਬੇਗੁਨਾਹ ਦੇ ਕਤਲ ਕਰਨ ਵਾਲੇ ਪੰਜਾਬ ਦੇ ਅੰਦਰ, ਬੈਂਕ ਡਕੈਤੀਆਂ ਕਰਨ ਵਾਲੇ, ਉਹਨਾਂ ਦੀਆਂ ਇੰਟਰਵਿਊ ਲੈਂਦੇ ਨੇ ਔਰ ਕਹਿੰਦੇ ਨੇ ਹਾਂ ਅਸੀਂ 10 ਕਰੋੜ ਦੀ ਲੁਧਿਆਣੇ ਚੋਂ ਬੈਂਕ ਡਕੈਤੀ ਕੀਤੀ, ਔਰ ਖੁੱਲ ਕੇ ਕਹਿੰਦੇ ਨੇ ਅਸੀਂ ਟ੍ਰੇਨਾਂ ਤੇ ਬੱਸਾਂ ਚੋਂ ਕੱਢ ਕੇ ਬੇਗੁਨਾਹ ਲੋਕਾਂ ਦਾ ਕਤਲੇਆਮ ਕੀਤਾ। ਜਿਨ੍ਹਾਂ ਦਾ ਕਤਲੇਆਮ ਕੀਤਾ ਨੇ ਹੱਥਾਂ ਦਾ, ਕਿਸੇ ਦੇ ਹੱਥ 'ਚ ਬੰਦੂਕ ਨਹੀਂ, ਕਿਸੇ ਦੇ ਹੱਥ 'ਚ ਤਲਵਾਰ ਨਹੀਂ, ਕਿਸੇ ਦੇ ਹੱਥ 'ਚ ਕੋਈ ਹੋਰ ਹਥਿਆਰ ਨਹੀਂ, ਤੇ ਇਹਨਾਂ ਨੇ AK-47 ਨਾਲ ਮਾਰਤਾ। ਤੇ ਉਹ ਸੋਸ਼ਲ ਮੀਡੀਆ ਦੇ ਜ਼ਿੰਮੇਦਾਰ ਲੋਕ ਜਿਹੜੇ ਪਹਿਲੇ ਚੰਗੇ ਚੈਨਲਾਂ 'ਚ ਕੰਮ ਕਰਕੇ ਗਏ, ਆਪਣੀਆਂ ਦੁਕਾਨਦਾਰੀਆਂ ਖੋਲੀਆਂ, ਪਹਿਲਾਂ ਤੋਂ NIA ਇਹਨਾਂ ਦੀ ਇਨਕੁਆਇਰੀ ਕਰੇ ਕਿ ਇਹਨਾਂ ਨੂੰ ਕੈਨੇਡਾ ਤੋਂ ਪੰਨੂ ਪੈਸਾ ਭੇਜਦਾ, ਇਹਨਾਂ ਦੀ ਇਨਕੁਆਇਰੀ ਕਰੇ ਇਹਨਾਂ ਨੂੰ ਜਰਮਨੀ ਜਾਂ UK ਤੋਂ ਪੈਸਾ ਆਉਂਦਾ ਟੈਰਰਿਸਟਾਂ ਦਾ। ਆ ਹੁਸ਼ਿਆਰਪੁਰ ਦਾ ਇੱਕ ਚੈਨਲ, YouTube ਚੈਨਲ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਦਸਤਾਰ ਸੋਹਣੀ ਪਾਈ, ਪੂਰਾ ਲਿਬਾਸ ਪਾਇਆ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦਾ, ਦਾੜੀ ਭਾਵੇਂ ਰੰਗੀ ਹੋਏਗੀ। ਦੇਖੋ ਕਿੰਨੀ ਅੱਗ ਲਾਈ ਪੰਜਾਬ 'ਚ। ਜਿਨ੍ਹਾਂ ਨੇ ਪੰਜਾਬ 'ਚ ਕਤਲੇਆਮ ਕੀਤਾ, ਜਿਹੜੇ ਪਾਕਿਸਤਾਨ ਦੇ ਭੇਜੇ ਹੋਏ ਅੰਤਵਾਦੀ, ਪਰਮਜੀਤ ਸਿੰਘ ਪੰਜਵੜ ਵਰਗੇ, ਉਹਨਾਂ ਦਾ ਭੋਗ ਦੇ ਉੱਤੇ ਜਾ ਕੇ ਇੰਟਰਵਿਊ ਲੈਂਦੇ ਨੇ। ਜਿਹੜੇ ਪੰਜਾਬ 'ਚ ਨਾਰਕੋ ਟੈਰਰਿਜ਼ਮ ਥਰੂ ਕੈਨੇਡਾ ਪਹੁੰਚਾਉਂਦੇ ਨੇ, ਜਿਹੜੇ ਕੈਨੇਡਾ ਦੇ ਥਰੂ ਪੰਜਾਬ 'ਚ ਹਥਿਆਰ ਭੇਜਦੇ ਨੇ, ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਨੇ, ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ AK-47 ਖੁੱਲ ਕੇ YouTube ਚੈਨਲ ਰਜਿਸਟਰ ਕਿੱਥੋਂ ਦੀ? UK ਦੀ। ਆਇਆ ਕਿੱਥੋਂ? ਖੁਦ ਕੈਨੇਡਾ। ਜਨਮ ਕਿੱਥੇ ਲਿਆ? ਬੰਗਾਲ ਦੀ ਧਰਤੀ ਤੇ। ਪੁੱਛਣ ਵਾਲਾ ਕੋਈ ਨਹੀਂ। ਗੱਲਾਂ ਪੰਨੂ ਦੀਆਂ ਕਰੀ ਜਾਣਾ। ਪਹਿਲਾਂ ਪੰਜਾਬ 'ਚ ਤਾਂ ਸਰਕਾਰਾਂ ਸਿੱਧੀਆਂ ਹੋਣ, ਪੰਜਾਬ ਸਰਕਾਰ ਵੀ ਸਿੱਧੀ ਹੋਵੇ, ਸੈਂਟਰ ਗਵਰਨਮੈਂਟ ਵੀ ਸਿੱਧੀ ਹੋਵੇ। ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਂਦੇ ਹੋ ਕਿ ਤੁਸੀਂ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਤੁਸੀਂ ਬਰਬਾਦ ਕਰਕੇ ਇਹ ਦੱਸਣਾ ਚਾਹੁੰਦੇ ਹੋ ਤੁਸੀਂ ਵੱਡੇ ਹੋ ਕੇ ਬੈਂਕ ਡਕੈਤੀ ਕਰੋ, ਤੁਸੀਂ ਨਿਹੱਥੇ ਲੋਕਾਂ ਦਾ ਕਤਲੇਆਮ ਕਰੋ। ਜਿਹੜਾ ਵਿਅਕਤੀ ਬਿੱਟੂ ਵਰਗਾ ਜਾਂ ਹੋਰ ਸਾਡੇ ਆਵਾਜ਼ ਉਠਾਉਣ, ਤੁਸੀਂ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਹੋ। ਵਾਏ ਬਈ ਇਹ ਲਵਾਰਸ ਹੈ, ਇਹ ਅੱਜ ਦਾ ਭਾਰਤ ਹੈ, ਇਹ ਧਰਮਸ਼ਾਲਾ ਨਹੀਂ ਹੈ ਹਿੰਦੁਸਤਾਨ। ਇਹ ਸਮਝ ਲੈਣ ਪੰਜਾਬ ਦੇ ਚੰਦ ਲੋਕ, ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ। ਨਰਿੰਦਰ ਮੋਦੀ ਜੀ ਨੇ ਜਾਂ ਹਰਭਜਨ ਮਾਨ ਜੀ ਪੰਜਾਬ ਦੇ ਚੀਫ ਮਿਨਿਸਟਰ ਹੋਣ, ਸਿੱਖ ਕੌਮ ਦੇ ਅੱਗੇ ਸਿਰ ਝੁਕਾਇਆ ਸੀ ਤੇ ਸਿਰ ਅੱਜ ਵੀ ਝੁਕਾਉਂਦੇ ਨੇ ਔਰ ਝੁਕਾਉਂਦੇ ਰਹਿਣਗੇ। ਪਰ ਜੇ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰੇਗਾ ਔਰ ਸਾਡੇ ਦੁਸ਼ਮਣ ਦੇਸ਼ ਪਾਕਿਸਤਾਨ ਨਾਲ, ਠੀਕ ਹੈ ਬਿੱਟਾ ਸਾਹਿਬ ਬਣੇ ਰਹੋ, ਗੱਲਬਾਤ ਆਪਾਂ ਜਾਰੀ ਰੱਖਾਂਗੇ। ਰੁਕ ਕਰ ਲੈਨੇ ਆ ਸਿੱਧਾ ਸੈਕਟਰ 15 ਚੰਡੀਗੜ੍ਹ ਦਾ, ਜਿੱਥੇ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਮੌਜੂਦ ਨੇ। ਪ੍ਰਾਪਰਟੀ ਅਟੈਚ ਕੀਤੀ ਜਾ ਰਹੀ ਹੈ, ਕਾਰਵਾਈ ਹੋ ਰਹੀ ਹੈ, NIA ਦੀ ਟੀਮ ਸਾਨੂੰ ਤਸਵੀਰਾਂ 'ਚ ਨਜ਼ਰ ਆ ਰਹੀ ਹੈ। ਪੰਕਜ, ਕੀ ਕੁਝ ਤਸਵੀਰ ਹੈ? देखो इस वेले NIA का एक वड्डा एक्शन देखने को मिला है, क्योंकि जिस तरीके दे नाल गुरपतवंत सिंह पन्नू अमेरिका दे विच बैठ के भारत विरोधी ताकतां
ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਸਾਜ਼ਿਸ਼ ਰਚਦਾ ਸੀਗਾ। ਉਸੇ ਦੇ ਤਹਿਤ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਹੋਇਆ, ਕਿਉਂਕਿ ਮੋਹਾਲੀ ਕੋਰਟ ਦੇ ਵਿੱਚ 2020 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ UAPA 1967 ਇਸੇ ਦੇ ਤਹਿਤ ਜਿਹੜਾ ਵਾ ਇਹ ਪ੍ਰੋਪਰਟੀ ਜ਼ਬਤ ਕਰ ਲਿੱਤੀ ਗਈ ਹੈ। ਔਰ ਉਸ ਕੋਠੀ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਸੈਕਟਰ 15C ਦੇ ਵਿੱਚ 2033 ਨੰਬਰ ਕੋਠੀ, ਔਰ ਇਸ ਦਾ ਇੱਕ ਚੌਥਾ ਹਿੱਸਾ ਜਿਹੜਾ ਵਾ ਉਹ ਗੁਰਪਤਵੰਤ ਸਿੰਘ ਪੰਨੂ ਦੇ ਨਾਮ ਦੇ ਉੱਤੇ ਹੈ। ਗੁਰਪਤਵੰਤ ਸਿੰਘ ਪੰਨੂ ਦੇ ਨਾਮ ਤੇ ਇੱਕ ਇਸ ਕੋਠੀ ਦਾ ਚੌਥਾ ਹਿੱਸਾ ਉਸ ਦੇ ਨਾਮ ਦੇ ਉੱਤੇ ਹੈ। ਔਰ ਇੱਥੇ NIA ਦੀ ਟੀਮ ਪਹੁੰਚੀ। NIA ਦੀ ਟੀਮ ਪਹੁੰਚ ਕੇ ਉਹਨਾਂ ਨੇ ਇਸ ਕੋਠੀ ਨੂੰ ਸੀਲ ਕਰ ਦਿੱਤਾ ਔਰ ਇਸ ਕੋਠੀ ਨੂੰ ਸੀਲ ਕਰਨ ਦੇ ਨਾਲ ਘਰ ਦੇ ਬਾਹਰ ਜਿਹੜਾ ਵਾ ਉਹ ਇੱਕ ਬੋਰਡ ਲਗਾ ਦਿੱਤਾ ਗਿਆ। ਇਹ ਤਸਵੀਰ ਜਿਹੜੀ ਦਿਖਾ ਰਿਹਾ ਕਿ ਅਦਾਲਤ ਵੱਲੋਂ ਜ਼ਬਤੀ ਦਾ ਫਰਮਾਨ ਮਕਾਨ ਨੰਬਰ 2033 ਸੈਕਟਰ 15C ਚੰਡੀਗੜ੍ਹ ਦਾ 1/4 ਹਿੱਸਾ ਜੋ ਕਿ ਦੋਸ਼ੀ ਗੁਰਪਤਵੰਤ ਸਿੰਘ ਪੰਨੂ ਦੀ ਮਲਕੀਅਤ ਹੈ। ਮਾਨਯੋਗ NIA ਸਪੈਸ਼ਲ ਕੋਰਟ ਮੋਹਾਲੀ ਵੱਲੋਂ NIA ਕੇਸ RC 19/2020 NIA DLI ਵਿੱਚ ਅਧੀਨ ਧਾਰਾ 33(5) ਅਤੇ UAPA 1967 ਜ਼ਬਤ ਕੀਤਾ ਗਿਆ ਹੈ। ਇਹ ਨੋਟਿਸ ਆਮ ਜਨਤਾ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ। ਇਹ ਬੋਰਡ ਜਿਹੜਾ ਵਾ ਕੋਠੀ ਦੇ ਬਾਹਰ NIA ਦੀ ਟੀਮ ਦੇ ਵੱਲੋਂ ਲਗਾਇਆ ਗਿਆ ਔਰ ਇਹ ਪੂਰੀ ਕੋਠੀ ਦਾ ਜਿਹੜਾ ਚੌਥਾ ਹਿੱਸਾ ਵਾ ਉਹ ਗੁਰਪਤਵੰਤ ਸਿੰਘ ਪੰਨੂ, ਕਿਉਂਕਿ ਭਰਾਵਾਂ ਦੇ ਨਾਮ ਵੀ ਕੋਠੀ ਔਰ ਚੌਥਾ ਹਿੱਸਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਮ ਦੇ ਉੱਤੇ ਹੈ। ਤਾਂ ਇਹ ਕੋਠੀ ਦਾ ਚੌਥਾ ਹਿੱਸਾ ਜਿਹੜਾ ਵਾ ਉਹ ਬਕਾਇਦਾ ਤੌਰ ਤੇ NIA ਦੇ ਵੱਲੋਂ ਸੀਲ ਕਰ ਲਿੱਤਾ ਗਿਆ, ਜ਼ਬਤ ਕਰ ਲਿੱਤਾ ਗਿਆ, ਸਰਕਾਰੀ ਸੰਪत्ति ਇਸ ਨੂੰ ਬਣਾ ਦਿੱਤਾ ਗਿਆ ਹੈ। ਕਿਉਂਕਿ ਜਿਸ ਤਰੀਕੇ ਨਾਲ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਦੇ ਵਿੱਚ ਬੈਠ ਕੇ ਖਾਲਿਸਤਾਨ ਦਾ ਜ਼ਿਕਰ ਕਰਦਾ ਸੀ, ਰੈਫਰੈਂਡਮ ਦਾ ਜ਼ਿਕਰ ਕਰਦਾ ਸੀ ਔਰ ਕਈ ਸਾਰੇ ਮਾਮਲੇ ਅਜਿਹੇ ਆਏ ਨੇ ਜਿੱਥੇ ਪੰਜਾਬ ਦੇ ਯੂਥ ਨੂੰ ਬਰਗਲਾਇਆ ਗਿਆ, ਉਹਨਾਂ ਦੇ ਹੱਥ ਬੰਦੂਕਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਕਈ ਥਾਵਾਂ ਦੇ ਉੱਤੇ ਅਸੀਂ ਦੇਖਿਆ ਕਿ ਖਾਲਿਸਤਾਨ ਦੀਆਂ ਜਿਹੜੇ ਹੋਰਡਿੰਗ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਗਾਏ ਜਾਂਦੇ ਸੀਗੇ ਔਰ ਅਮਰੀਕਾ ਦੇ ਵਿੱਚ ਬੈਠਾ ਹੈ ਕਿਉਂਕਿ ਉੱਥੇ ਇਹ ਇਸ ਤਰੀਕੇ ਦੀ ਸਾਜ਼ਿਸ਼ ਰਚਦਾ ਸੀਗਾ। ਤਾਂ ਹੁਣ NIA ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਵਾ। ਇਹ ਇੱਕ ਅਹਿਮ ਤੇ ਵੱਡਾ ਫੈਸਲਾ NIA ਜਦੋਂ ਕੋਰਟ ਦੇ ਵਿੱਚ, ਕਿਉਂਕਿ ਇਹ ਮਾਮਲਾ ਸੀਗਾ, ਤਾਂ ਉਸ ਤੋਂ ਬਾਅਦ ਹੁਣ ਇਹ ਫੈਸਲਾ ਜਿਹੜਾ ਵਾ ਉਹ ਲਿੱਤਾ ਗਿਆ ਔਰ ਇਹ ਪੂਰੀ ਕੋਠੀ ਦਾ ਜਿਹੜਾ ਚੌਥਾ ਹਿੱਸਾ ਇੱਕ ਵਾਰ ਫਿਰ ਦਿਖਾਣਾ ਚਾਹਾਂਗੇ ਕਿਉਂਕਿ ਇਹ ਪੋਸ਼ ਏਰੀਆ ਵਾ। ਇਸ ਪੋਸ਼ ਏਰੀਏ ਦੇ ਵਿੱਚ 15C ਦੇ ਵਿੱਚ 2033 ਨੰਬਰ ਕੋਠੀ ਗੁਰਪਤਵੰਤ ਸਿੰਘ ਪੰਨੂ ਤੇ ਉਹਨਾਂ ਦੇ ਭਰਾਵਾਂ ਦੇ ਨਾਮ ਦੇ ਉੱਤੇ ਹੈ ਔਰ ਚੌਥਾ ਹਿੱਸਾ ਜਿਹੜਾ ਵਾ ਉਹ ਹੁਣ ਬਕਾਇਦਾ ਤੌਰ ਤੇ ਸੀਲ ਕਰ ਦਿੱਤਾ ਗਿਆ, ਜ਼ਬਤ ਜਿਹੜਾ ਵਾ ਉਹ ਕੀਤੀ ਗਈ ਹੈ ਇਸ ਪ੍ਰਾਪਰਟੀ ਨੂੰ। ਠੀਕ ਹੈ ਪੰਕਜ, ਸਾਨੂੰ ਤਸਵੀਰਾਂ ਦਿਖਾਉਂਦੇ ਰਹੋ ਲਗਾਤਾਰ। ਫਿਲਹਾਲ ਧੰਨਵਾਦ ਹੈ ਤੁਹਾਡਾ, ਅਸੀਂ ਰੁਕ ਕਰਾਂਗੇ ਤੁਹਾਡਾ ਫਿਰ ਤੋਂ, ਪਰ ਮਨਜਿੰਦਰ ਬਿੱਟਾ ਸਾਡੇ ਨਾਲ ਲਗਾਤਾਰ ਲਾਈਵ ਮੌਜੂਦ ਨੇ। बेटा सब तस्वीरां देखिया ने, सीज हो चुकिया है प्रॉपर्टी, कोठी सीज हो चुकी है और बाहर फरमान भी लगा दिता गया NIA दे वल्लों। ਤਾਂ जिस तरीके ਦੇ ਨਾਲ ਤਸਵੀਰ ਪਿਛਲੇ ਦਿਨਾਂ ਦੀ ਬਣੀ ਹੋਈ ਹੈ, ਬਿੱਟੂ ਸਾਹਿਬ ਸਾਡੇ ਨਾਲ ਜੁੜੇ ਸੀ, ਉਹਨਾਂ ਨੇ ਕੈਨੇਡਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ। ਜਿਸ ਤਰੀਕੇ ਦੀ ਪਾਕਿਸਤਾਨ ਦੇ ਵੱਲੋਂ ਹਮੇਸ਼ਾ ਕੋਸ਼ਿਸ਼ਾਂ ਰਹਿੰਦੀਆਂ ਨੇ, ਉਸੇ ਤਰਜ਼ ਤੇ ਉਹ ਕਹਿ ਰਹੇ ਨੇ ਕਿ ਕੈਨੇਡਾ ਤੁਰ ਪਿਆ ਹੈ। ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ ਸੋਹਣੇ ਰਿਸ਼ਤੇ ਸਨ ਹੁਣ ਤੱਕ, ਬਹੁਤ ਵੱਡਾ ਵਪਾਰ ਹੈ ਭਾਰਤ ਦੇ ਨਾਲ ਕੈਨੇਡਾ ਦਾ, ਔਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਤਸਵੀਰ ਰਹਿੰਦੀ ਹੈ, ਕਿਉਂਕਿ ਬਹੁਤ ਸਾਰੇ ਬੱਚੇ ਨੇ ਤਿਆਰੀ ਕਰ ਰਹੇ ਨੇ ਕੈਨੇਡਾ ਜਾਣ ਦੀ, ਉਹ ਬਹੁਤ ਚਿੰਤਿਤ ਨੇ। ਮੈਨੂੰ ਇੱਕ ਗੱਲ ਦੱਸੋ, ਜੋ ਬਿੱਟੂ ਜੀ ਨੇ ਕਿਹਾ ਤੁਸੀਂ ਵੀ ਕਹਿ ਰਹੇ ਹੋ, ਬੱਟੇ ਮਾਂ-ਬਾਪ ਬੜੇ ਚਿੰਤਤ ਨੇ, ਜਿਹੜੇ ਬੱਚੇ ਚਲੇ ਗਏ ਅਸੀਂ ਵੀ ਬੜੇ ਚਿੰਤਤ ਹਾਂ। ਬੱਚੇ ਤਾਂ ਸਾਡੇ ਹਿੰਦੁਸਤਾਨ ਦੇ ਨੇ, ਸਾਡੇ ਪੰਜਾਬ ਦੇ ਬੱਚੇ ਨੇ। ਹੁਣ ਅਸੀਂ ਥੋੜੀ ਦੇਰ ਬਾਅਦ ਕੀ ਕਰਾਂਗੇ, ਅਸੀਂ ਨਰਿੰਦਰ ਮੋਦੀ ਜੀ ਤੇ ਹਮਲਾ ਕਰਾਂਗੇ, ਅਸੀਂ ਸਰਕਾਰਾਂ ਤੇ ਹਮਲਾ ਕਰਾਂਗੇ, ਅਸੀਂ ਹਰਭਜਨ ਮਾਨ ਤੇ ਚੀਫ ਮਿਨਿਸਟਰ ਤੇ ਹਮਲੇ ਕਰਾਂਗੇ। ਦੇਖੋ ਜੀ, ਸਾਡੇ ਨਾਲ ਜ਼ਿਆਦਤੀ ਹੋਈ ਤੇ ਪੰਜਾਬ ਦੇ ਜਿਹੜੇ ਧਰਮ ਦੇ ਠੇਕੇਦਾਰ ਨੇ ਇਹ ਅੱਗ ਲਾਉਣ ਨੂੰ ਬੈਠੇ ਨੇ। ਇਹ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਜਿਹੜੇ ਖੁੱਲ ਕੇ ਕਹਿੰਦੇ ਨੇ, ਜਦੋਂ ਤਿਰੰਗੇ ਝੰਡੇ ਦਾ ਅਪਮਾਨ UK 'ਚ ਅੰਬੈਸੀ ਤੋਂ ਲਾ ਕੇ ਪੈਰਾਂ ਤੇ ਰੁਲਿਆ, ਭਗਤ ਸਿੰਘ ਜੀ ਨੂੰ ਖੁਦ ਆਤੰਕਵਾਦੀ ਕਹਿ ਦਿੱਤਾ, ਕਰਨਾਲ ਦੇ ਵਿੱਚ ਭਾਰਤ ਮਾਂ ਨੂੰ ਗੰਦੀਆਂ ਬਕਵਾਸ ਕੀਤੀ, ਉਹਨਾਂ ਨੂੰ ਕਹਿੰਦੇ ਮੈਂ ਆਪ ਭੇਜਿਆ, ਇੱਥੋਂ ਆਪ ਭੇਜਿਆ, ਗਲਤ ਤਰੀਕੇ ਦੇ ਨਾਲ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਮੈਂ ਆਪ ਭੇਜਿਆ। ਤੇ ਮੇਰੇ ਕੋਲ ਇਹੋ ਜਿਹੇ ਸਬੂਤ ਨੇ, ਮੰਗਵਾ ਲਓ ਕਿਸੇ ਕੋਲੋਂ, ਦਿੱਲੀ ਮੇਰੇ ਘਰੋਂ ਮੰਗਵਾ ਲਓ, ਜਿਹਦੇ ਵਿੱਚ ਮਾਂ ਨੇ ਪੈਸੇ ਲੈ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਵਿਦੇਸ਼ਾਂ 'ਚ ਭੇਜਿਆ ਔਰ ਖੁਦ ਮੰਨਣ ਨੂੰ ਤਿਆਰ ਹੈ ਇਹ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਵਿਦੇਸ਼ਾਂ 'ਚ ਮੇਰੇ ਬੰਦੇ ਨੇ। ਤੇ ਸਰਕਾਰ ਉਹਦੇ ਖਿਲਾਫ ਕਾਰਵਾਈ ਕਿਉਂ ਨਾ ਕਰੇ? ਪੰਨੂ ਦੇ ਖਿਲਾਫ ਤਾਂ ਕਾਰਵਾਈ ਕਰਤੀ, ਮਾਨ ਤੇ ਕਾਰਵਾਈ ਕਿਉਂ ਨਾ ਕਰੇ? ਮੈਂ ਸਵਾਲ ਪੁੱਛਣਾ ਚਾਹੁੰਦਾ, ਇਹ ਜਿਹੜੇ 2-3 ਸੋਸ਼ਲ ਮੀਡੀਆ ਨੇ ਪੰਜਾਬ ਦੇ, ਤੁਹਾਡੇ ਚੈਨਲਾਂ 'ਚੋਂ ਵੀ ਨਿਕਲ ਕੇ ਗਏ ਹੈ, ਆਪਣੇ ਬਣਾ ਲਏ YouTube ਚੈਨਲ,
ਤੇ ਬੇਗੁਨਾਹਾਂ ਦੇ ਕਾਤਲਾਂ ਦੀਆਂ ਜਾ ਕੇ ਇੰਟਰਵਿਊ ਲੈਂਦੇ ਨੇ ਤੇ ਜਿਹੜੇ ਬੇਗੁਨਾਹ ਲੋਕ ਮਾਰੇ ਗਏ 36000 ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਵੀ ਤੁਹਾਨੂੰ ਸਰਕਾਰ ਨੇ ਪੁੱਛਿਆ ਤੁਹਾਡੇ ਬੱਚੇ ਕਿੱਥੇ ਪੜ੍ਹਦੇ, ਤੁਹਾਡੀਆਂ ਬੇਟੀਆਂ ਦੀਆਂ ਸ਼ਾਦੀਆਂ ਹੋ ਗਈਆਂ, ਤੁਹਾਡੇ ਮਾਂ-ਬਾਪ ਕਿੱਥੇ ਵਿਛੜ ਗਏ ਤੁਹਾਡੇ ਤੋਂ, ਤੁਸੀਂ ਕਿੱਥੇ ਹੋ? ਕਿਸੇ ਨੇ ਇੰਟਰਵਿਊ ਲਈ ਹੈ? ਮੈਂ ਸਵਾਲ ਪੁੱਛਣਾ ਚਾਹੁੰਦਾ ਇਹ ਸੋਸ਼ਲ ਮੀਡੀਆ ਵਾਲਿਆਂ ਨੂੰ, ਇਹ ਜਿਹੜੇ ਵੱਡੇ ਵੱਡੇ ਚੈਨਲਾਂ ਚੋਂ ਨਿਕਲ ਕੇ ਵਾਰੀ ਤੁਹਾਡੀ ਵੀ ਆਉਣੀ ਹੈ। ਮੈਂ ਕਹਿਣਾ ਚਾਹੁੰਦਾ ਹੁਣ ਅੱਜ ਦਾ ਭਾਰਤ ਹੈ, ਮੋਦੀ ਜੀ ਨੇ ਬੜਾ ਸਬਰ ਕਰ ਲਿਆ, ਸਭ ਨੇ ਬੜਾ ਸਬਰ ਕਰ ਲਿਆ, ਪਰ ਜੇ ਤੁਸੀਂ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ ਅਸੀਂ ਕਿੱਥੋਂ ਬਰਦਾਸ਼ਤ ਕਰ ਲਾਂਗੇ? ਕੋਈ ਕਰਦਾ ਪੰਜਾਬ 'ਚ ਕਰੀ ਜਾਵੇ, ਮੈਂ ਤਾਂ ਨਹੀਂ ਕਰਦਾ। ਮੈਨੂੰ ਪੁੱਛੋ ਮੈਂ ਕੌਣ ਆ? ਮੈਂ ਪਹਿਲਾਂ ਕਹਾਂਗਾ ਮੈਂ ਭਾਰਤੀ ਹਾਂ, ਮੇਰਾ ਧਰਮ ਭਾਰਤ ਮਾਂ ਤੇ ਮੇਰੀ ਜਾਤ ਬੰਦੇ ਮਾਤਰਮ। ਜਿੰਨੇ ਗੰਦੀ ਬਕਵਾਸ ਜਿਹੜੀ ਪੰਜਾਬ ਦੀ ਆਦਤ ਪੈ ਗਈ, ਪਵਿੱਤਰ ਧਰਤੀ ਦੀ ਗੰਦੀ ਬਕਵਾਸ ਕਰਦੀ, ਜਿੰਨੇ ਕਰ ਲਏ ਭਾਰਤ ਨਾਲ ਪਿਆਰ ਹੈ ਮੈਨੂੰ। ਉਹ ਭਾਰਤ ਜਿੱਥੇ ਗੁਰੂ ਗੋਬਿੰਦ ਸਿੰਘ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਕ ਦਿੱਲੀ 'ਚ ਆਪਣੇ ਸ਼ੀਸ਼ ਨੂੰ ਮਜ਼ਲੂਮਾਂ ਲਈ ਨਿਸ਼ਾਵਰ ਕੀਤਾ ਸੀ ਤੇ ਤੁਸੀਂ ਮਾਰੇ ਮਜ਼ਲੂਮ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਟਨਾ ਦੇ ਵਿੱਚ ਜਨਮ ਸਥਾਨ ਤੇ ਆਖਰੀ ਸਥਾਨ ਜਿੱਥੇ ਜੋਤੀ ਜੋਤ ਸਮਾਏ, ਜਿੱਥੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ, ਨੰਦੇੜ ਸਾਹਿਬ ਮਹਾਰਾਸ਼ਟਰ ਦੀ ਧਰਤੀ ਤੇ ਬੰਗਲਾ ਸਾਹਿਬ, ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ। ਇਹ ਖਾਲਿਸਤਾਨੀ ਸਾਨੂੰ ਪਾਸਪੋਰਟ ਰਾਹੀਂ ਭੇਜਣਾ ਚਾਹੁੰਦੇ ਆ। ਸਾਡੀ ਪੂਰੀ ਸਿੱਖ ਕੌਮ ਨੂੰ, ਪੂਰੇ ਹਿੰਦੁਸਤਾਨ 'ਚ, ਸਾਡੀ ਦੁਨੀਆ 'ਚ ਸਾਡੀ ਸਿੱਖ ਕੌਮ ਨੂੰ ਬਦਨਾਮ ਕਰੀ ਜਾਂਦੇ ਆ। 36000 ਲੋਕਾਂ ਦਾ ਕਤਲੇਆਮ ਕਰਨ ਦੇ ਬਾਅਦ, 19000 ਹਿੰਦੂ ਭਰਾਵਾਂ ਦਾ ਕਤਲੇਆਮ ਕਰਨ ਦੇ ਬਾਅਦ, ਪੰਜਾਬ ਦੇ ਪਿੰਡ ਖਾਲੀ ਕਰਾਉਣ ਤੋਂ ਬਾਅਦ, 36000 ਲੋਕਾਂ ਦਾ ਖੂਨ ਪੀਣ ਤੋਂ ਬਾਅਦ ਇਹਨਾਂ ਬਦਮਾਸ਼ਾਂ ਦੀ, ਇਹਨਾਂ ਲੁੱਚਿਆਂ ਦੀ, ਇਹਨਾਂ ਖਾਲਿਸਤਾਨੀਆਂ ਦੀ ਹਜੇ ਪਿਆਸ ਨਹੀਂ ਬੁੱਝੀ ਕਿ ਇਹ ਸਾਡੇ ਸਿੱਖ ਕੌਮ ਦਾ ਇਤਿਹਾਸ ਹੈ। ਸਾਡੇ ਗੁਰੂ ਮਹਾਰਾਜ ਨੇ ਤਾਂ ਮਜ਼ਲੂਮਾਂ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ। ਕੌਣ ਸੀ ਭਾਈ ਕਨਈਆ ਜੀ? ਪਰਸੋਂ ਉਹਨਾਂ ਦਾ ਦਿਨ ਨਿਕਲਿਆ ਜਿਹੜੇ ਮਜ਼ਲੂਮਾਂ ਨੂੰ ਪਾਣੀ ਪਿਲਾਉਂਦੇ ਸੀ, ਮਜ਼ਲੂਮਾਂ ਨੂੰ ਮਲਮ ਪੱਟੀ ਕਹਿੰਦੇ ਕਰਾਉਂਦੇ ਸੀ। ਕੌਣ ਸੀ ਮਜ਼ਲੂਮ? ਸਾਡੇ ਕੌਮ ਦੇ ਦੁਸ਼ਮਣ ਮੁਗਲ, ਉਸ ਵੇਲੇ ਦੇ ਔਰੰਗਜ਼ੇਬ ਦੀਆਂ ਫੌਜਾਂ। ਤੇ ਗੁਰੂ ਮਹਾਰਾਜ ਪੁੱਛਦੇ ਨੇ ਤੇ ਤੂੰ ਤਾਂ ਦੁਸ਼ਮਣਾਂ ਨੂੰ ਪਾਣੀ ਕਹਿੰਦਾ। ਮੈਨੂੰ ਹਰ ਵਿਅਕਤੀ ਦੇ ਵਿੱਚ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦੇ ਨੇ ਤੇ ਇਹ ਗੁਰੂ ਮਹਾਰਾਜ ਦੀ ਮਰਿਆਦਾ ਦੇ ਉਲਟ ਨਹੀਂ। ਸਾਨੂੰ ਕਹਿੰਦੇ ਨੇ ਕੌਮਾਂ ਦੇ ਗਦਾਰ, 100 ਵਾਰੀ ਕਹੋ, ਲੱਖ ਵਾਰੀ ਕਹੋ, ਬਿੱਟੇ ਨੂੰ ਹਿੰਦੁਸਤਾਨ 'ਚ ਦੁਨੀਆ 'ਚ ਬੈਠਾ ਸੱਚਾ ਭਾਰਤੀ ਭਾਰਤ ਦਾ ਗਦਾਰ ਨਾ ਕਵੇ, ਕੌਮ ਦੇ ਕਹਿ ਦਿਓ। ਅਸੀਂ ਕਿਹੜੇ ਮਾੜੇ ਕੰਮ ਕੀਤੇ? ਅਸੀਂ ਤਾਂ ਮਜ਼ਲੂਮਾਂ ਨੂੰ ਬਚਾਇਆ। ਸਵਾਲ ਸਭ ਤੋਂ ਵੱਡਾ ਇਹ ਹੈ ਅੱਜ ਸਾਡੇ ਬਿਆਨ ਨੂੰ ਕਿਵੇਂ, ਜੋ ਕੈਨੇਡਾ ਕਹਿ ਰਿਹਾ ਹੈ, ਕੈਨੇਡਾ ਨੇ ਫਿਰ ਤੋਂ ਦੁਹਰਾਇਆ ਕਿ ਜਾਂਚ ਦੇ ਵਿੱਚ ਭਾਰਤ ਸਹਿਯੋਗ ਕਰੇ। ਜੋ ਨਿੱਜਰ ਦਾ ਕਤਲ ਹੋਇਆ ਏਜੰਸੀਆਂ ਦੇ ਵੱਲੋਂ ਜਿਹੜਾ ਹੈ ਉਸ ਦਾ ਹੱਥ ਹੈ, ਏਜੰਸੀਆਂ ਦਾ ਹੱਥ ਹੈ। ਮੈਂ ਤੁਹਾਨੂੰ ਦੱਸਣਾ ਕਿਸ ਗੱਲ ਦਾ ਭਾਰਤ ਸਹਿਯੋਗ ਕਰੇ ਜੀ। ਜਿਹੜੇ ਬੰਦੇ ਸਾਡੇ ਭਾਰਤ ਮਾਂ ਨੂੰ ਤੋੜਨ, ਜਿਹੜੇ ਬੰਦੇ ਭਾਰਤ ਮਾਂ ਨੂੰ ਤੋੜ ਕੇ ਕਹਿੰਦੇ ਖਾਲਿਸਤਾਨ ਬਣਾਵਾਂਗੇ, ਇਹਨਾਂ ਦੀ ਐਸੀ ਦੀ ਤੈਸੀ ਬਣਾਵਾਂਗੇ, ਉਹਨਾਂ ਦੀ ਇਨਕੁਆਇਰੀ ਲਈ ਭਾਰਤ ਸਹਿਯੋਗ ਦੇਵੇ। ਇਹਨਾਂ ਦੀ ਐਸੀ ਦੀ ਤੈਸੀ ਕਿ ਹਿੰਦੁਸਤਾਨ ਨੇ ਕਿ ਦੁਨੀਆ ਦੇ ਵਿੱਚ, ਕਿ ਅਮਰੀਕਾ ਦੇ ਵਿੱਚ, ਜਰਮਨੀ ਦੇ ਵਿੱਚ, ਯੂਕੇ ਦੇ ਵਿੱਚ ਕਿਤੇ ਕੋਈ ਦਖਲਅੰਦਾਜ਼ੀ ਕੀਤੀ ਜਾਂ ਅਸੀਂ ਕਿਸੇ ਨੂੰ ਸ਼ਹਿ ਦਿੱਤੀ? ਹੁਣ ਕਿਸੇ ਦੇਸ਼ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰੋ, ਖਾਲਿਸਤਾਨ ਬਣਾਉਣ ਦੀ ਮੰਗ ਕਰੋ ਤੇ ਉਹਨਾਂ ਨੂੰ ਉੱਥੇ ਕੋਈ ਦੇਸ਼ ਭਗਤ ਮਾਰ ਜਾਏ, ਉੱਥੇ ISI ਮਾਰ ਜਾਏ, ਇਹਨਾਂ ਦੀ ਆਪਸੀ ਗਰੁੱਪਿਜ਼ਮ ਮਾਰ ਜਾਏ। ਉਹ ਜਿਹੜਾ ਇੱਕ ਪਲੇਨ ਇਹਨਾਂ ਨੇ ਅਗਵਾ ਕਰਕੇ, ਰਪਦੁਮਨ ਸਿੰਘ ਸੀ, ਉਹਨੇ ਪਲੇਨ ਬਲਾਸਟ ਨਾਲ ਉਡਾਤਾ ਸੀ, ਉਹਨਾਂ ਨੇ ਇਹਨਾਂ ਦੀ ਦੁਸ਼ਮਣੀ ਹੋਵੇ, ਉਹਨਾਂ ਨੂੰ ਇਹਨੇ ਮਾਰ ਦਿੱਤਾ ਤੇ ਨਾ ਭਾਰਤ ਸਰਕਾਰ ਦਾ ਲਾਵੇ, ਭਾਰਤ ਸਰਕਾਰ ਦਾ ਨਾਂ ਲਾਵੇ ਕਿ ਨਿੱਜਰ ਉੱਥੋਂ ਦਾ ਪ੍ਰਾਈਮ ਮਿਨਿਸਟਰ ਸੀ, ਕਿ ਨਿੱਜਰ ਉੱਥੋਂ ਦਾ ਫੋਰਨ ਮਿਨਿਸਟਰ ਸੀ। ਨਿੱਜਰ ਕਾਤਲ ਸੀ, ਬੇਗੁਨਾਹ ਦਾ ਕਤਲੇਆਮ ਕਰਨ ਵਾਲਾ ਸੀ, ਭੈਣਾਂ ਦੇ ਸੁਹਾਗ ਉਜਾੜਨ ਵਾਲਾ ਸੀ, ਪੰਜਾਬ ਦੇ ਲੋਕਾਂ ਨੂੰ ਮਾਰ ਕੇ ਉਹਨਾਂ ਦਾ ਖੂਨ ਪੀਣ ਵਾਲਾ ਸੀ ਉਹ ਨਿੱਜਰ। ਇਹ ਦੂਜਾ ਪਾਕਿਸਤਾਨ ਬਣ ਚੁੱਕਾ ਕੈਨੇਡਾ। ਇੱਕ ਪਾਕਿਸਤਾਨ ਇਹ ਜਿਹਨੂੰ ਅਸੀਂ ਚਣੇ ਚਬਾ ਦਿੱਤੇ, ਅੱਜ ਅਸੀਂ ਚਣੇ ਚਬਾਤੇ, ਪਾਕਿਸਤਾਨ ਦਾ ਕਿਸੇ ਲਿਸਟ 'ਚ ਨਾਂ ਨਹੀਂ। ਹੁਣ ਦੂਜਾ ਬਣ ਗਿਆ, ਪਾਕਿਸਤਾਨ ਦੇ ਪੱਲੇ ਦਾ ਕੁਛ ਨਹੀਂ। ਚਾਈਨਾ ਤੇ ਪਾਕਿਸਤਾਨ ਬਣ ਕੇ ਕੈਨੇਡਾ ਨੂੰ ਅੱਗੇ ਕਰਤਾ ਤੇ ਹਿੰਦੁਸਤਾਨ ਨੇ ਵੀ ਆਪਣੇ ਵਪਾਰ ਜਿਹੜੇ ਨੇ ਹੌਲੀ ਹੌਲੀ ਆਸਟ੍ਰੇਲੀਆ ਦੂਜੇ ਪਾਸੇ ਲੈ ਗਏ। ਜਿਹੜਾ ਉੱਥੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਮੰਗਵਾਉਂਦੇ ਸੀ ਛੱਡਤੀਆਂ। ਹੌਲੀ ਹੌਲੀ ਕੀ ਹੋਵੇਗਾ? ਦੂਜਾ ਪਾਕਿਸਤਾਨ ਕਿਹਾ ਜਾਏਗਾ ਆਤੰਕਵਾਦ ਦੀ ਫੈਕਟਰੀ, ਗੈਂਗਸਟਰ ਦੀ ਫੈਕਟਰੀ, ਨਾਰਕੋ ਟੈਰਰਿਜ਼ਮ ਪਰ ਬੇਟਾ ਸਾਹਿਬ ਜਿਹੜੀ ਆਵਾਜ਼ ਭਾਰਤ ਦੇ ਵਿੱਚੋਂ ਵੀ ਉੱਠ ਰਹੀ ਹੈ, ਪੰਜਾਬ ਚੋਂ ਵੀ ਉੱਠੀ ਹੈ ਕਿ ਕੈਨੇਡਾ ਦੇ PM ਜੋ ਕਹਿ ਰਹੇ ਨੇ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਉਹਨਾਂ ਦੀ ਪ੍ਰੋੜਤਾ ਹੋ ਰਹੀ ਹੈ ਬਿਆਨ ਦੀ, ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ? ਬਹੁਤ ਸਾਰੇ ਵੱਡੇ ਆਗੂਆਂ ਦੇ ਮੇਰੀ ਗੱਲ ਸੁਣੋ। ਹਾਂਜੀ, ਉਹ ਮੇਰੀ ਗੱਲ ਸੁਣੋ ਜੀ। ਕੋਈ ਕਵੇ ਦੁਨੀਆ ਚੋਂ ਜਦੋਂ 370 ਧਾਰਾ ਹਟਾਈ ਸੀ ਉਹ ਤਾਂ ਹਿੰਦੁਸਤਾਨ ਦੇ ਪ੍ਰਧਾਨ ਨੇ ਦੁਨੀਆ ਨੂੰ ਪੁੱਛਿਆ ਸੀ, ਦੁਨੀਆ ਨੇ ਸਾਨੂੰ ਸਹਿਯੋਗ ਦਿੱਤਾ ਸੀ। ਜਿੱਥੇ ਅੱਤਵਾਦ ਦੀ ਗੱਲ ਆਏਗੀ, ਜਿੱਥੇ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਆਵੇਗੀ,
ਦੁਨੀਆ ਕਵੇ ਜਾਂ ਕੁਝ ਕਵੇ, ਭਾਰਤ ਦਾ ਸਟੈਂਡ ਇੱਕ ਹੈ। ਤੁਹਾਨੂੰ ਪਤਾ ਹੈ ਅੱਜ ਭਾਰਤ ਦੁਨੀਆ ਦੇ ਵਿੱਚ ਵਪਾਰ ਦੀ ਇੱਕ ਬੜੀ ਵੱਡੀ ਮੰਡੀ ਹੈ। ਦੁਨੀਆ ਦੇ ਵਿੱਚ ਹਿੰਦੁਸਤਾਨ ਨਾਲ ਕੋਈ ਲੜਾਈ ਕਰਨ ਨੂੰ ਤਿਆਰ ਨਹੀਂ। ਅਸੀਂ ਜੰਗ ਕਿਸੇ ਨਾਲ ਚਾਹੁੰਦੇ ਨਹੀਂ ਤੇ ਸਾਡੇ ਨਾਲ ਤਿਆਰ ਨਹੀਂ। ਸਾਡੇ ਨਾਲ ਰਿਸ਼ਤੇ ਖਰਾਬ ਕਰਨ ਚ ਕੋਈ ਵੀ ਤਿਆਰ ਨਹੀਂ ਦੁਨੀਆ ਦੇ ਵਿੱਚ। ਰਸ਼ੀਆ ਲੈ ਲਓ, ਆਸਟ੍ਰੇਲੀਆ ਲੈ ਲਓ, ਅਮਰੀਕਾ ਲੈ ਲਓ, ਜਰਮਨੀ ਲੈ ਲਓ, UK ਲੈ ਲਓ। ਕਿਹੜਾ ਮੁਲਕ ਹੈ ਜਿਹੜਾ ਅੱਜ ਹਿੰਦੁਸਤਾਨ ਨਾਲ ਨਹੀਂ? ਅੱਜ ਸਾਡਾ ਗੁਆਂਢੀ ਮੁਲਕ ਨੇਪਾਲ ਹੈ, ਬੰਗਲਾਦੇਸ਼ ਹੈ। ਆਹ ਮੁਲਕ ਸਾਡੇ ਨਾਲ ਸਾਰੇ ਆਏ ਨਾ G20 ਤੇ। ਇਹ ਮੈਂ ਤੁਹਾਨੂੰ ਕਲੀਅਰ ਕਹਿ ਦਿਆਂ, ਅੱਜ ਜਿਹੜੀ ਸਾਡੀ ਜਵਾਨੀ ਬਰਬਾਦ ਇਹਨਾਂ ਨੇ ਕੀਤੀ ਹੈ, ਨਿੱਜਰ ਵਰਗੇ ਲੋਕਾਂ ਨੇ ਤਬਾਹ ਕੀਤੀ ਸਾਡੀ ਜਵਾਨੀ। ਸਿੱਖ ਕੌਮ ਦੇ ਨਾਂ ਤੇ ਸਿੱਖ ਕੌਮ ਦੇ ਉੱਤੇ ਕਲੰਕ ਲਾਇਆ ਇਹਨਾਂ ਨੇ। ਉਹ ਜਵਾਨੀ ਜਿਹੜੀ ਬਰਬਾਦ ਕੀਤੀ, ਅੱਜ ਸਾਡੇ ਨੌਜਵਾਨ ਮੁੰਡੇ ਫਸ ਗਏ ਨਾ। ਹੁਣ ਪਤਾ ਕੀ ਇਹ ਕਹਿਣਗੇ, ਦੇਖੋ ਜੀ ਸਿੱਖ ਕੌਮ ਨਾਲ ਬੜਾ ਵੱਡਾ ਧੋਖਾ ਹੋ ਗਿਆ ਤੇ ਧਰਮ ਦੇ ਠੇਕੇਦਾਰ ਕਿੱਥੇ ਨੇ? ਕਿੱਥੇ ਨੇ ਧਰਮ ਦੇ ਠੇਕੇਦਾਰ? ਧਰਮ ਦੇ ਠੇਕੇਦਾਰ ਪੰਨੂ ਦੇ ਖਿਲਾਫ ਕਿਉਂ ਨਹੀਂ ਬੋਲਦੇ? ਧਰਮ ਦੇ ਠੇਕੇਦਾਰ ਜਿਹੜੇ ਖਾਲਿਸਤਾਨ ਦੇ ਨਾਅਰੇ ਲਾ ਕੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਫਸਾਤਾ ਕਿਉਂ ਨਹੀਂ ਬੋਲਦੇ? ਦੁਕਾਨਦਾਰੀ, ਹਰ ਚੀਜ਼ ਦੀ ਰਾਜਨੀਤੀ, ਗੰਦੀ ਰਾਜਨੀਤੀ ਨੇ ਪੰਜਾਬ ਨੂੰ ਤਬਾਹ ਕੀਤਾ। ਇਹ ਗੰਦੀ ਰਾਜਨੀਤੀ ਨੇ ਹੁਣ ਕੈਨੇਡਾ ਨੂੰ ਬਰਬਾਦ ਕਰਨਾ ਤੇ ਗੰਦੀ ਰਾਜਨੀਤੀ ਨੇ ਪਾਕਿਸਤਾਨ ਨੂੰ ਤਬਾਹ ਕੀਤਾ। ਇਹ ਅਜਗਰ ਦੇ ਸੱਪ ਨੇ, ਅਜਗਰ ਦੇ ਸੱਪ। ਇਹ ਜਿੱਥੇ ਜਾਣਗੇ ਤਬਾਹ ਕਰਕੇ ਰੱਖ ਦੇਣਗੇ। ਦੇਖ ਲੈਣਾ ਕੈਨੇਡਾ ਹੋਰ 4-6 ਮਹੀਨੇ ਚ ਤਬਾਹ ਹੋ ਜਾਵੇਗਾ। ਫਾਈਨੈਂਸ਼ਲੀ, ਇਕਨੋਮਿਕਲੀ, ਹਰ ਪਾਸਿਓਂ ਤਬਾਹ ਹੋ ਜਾਏਗਾ ਕਿਉਂਕਿ ਦੁਨੀਆ ਚ ਇਹਦੀ ਬਦਨਾਮੀ ਹੋ ਗਈ। ਪਾਕਿਸਤਾਨ ਦਾ ਨਹੀਂ ਕਹਿੰਦੇ ਸੀ ਉੱਥੋਂ ਦਾ ਬਰਾਕ ਓਬਾਮਾ, ਇਹ ਆਤੰਕਵਾਦੀ ਫੈਕਟਰੀ, ਤੇ ਕਿੱਥੋਂ ਨਿਕਲਿਆ ਆਤੰਕਵਾਦੀ? ਉਸਾਮਾ ਬਿਨ ਲਦੇਨ ਪਾਕਿਸਤਾਨ ਤੋਂ। ਤੇ ਹੁਣ ਨਿੱਜਰ ਕਿੱਥੋਂ ਮਿਲਿਆ? ਕੈਨੇਡਾ ਤੋਂ। ਪਲੇਨ ਜਿਹਨੇ ਬਲਾਸਟ ਕੀਤਾ 300 ਤੋਂ ਉੱਤੇ ਜ਼ਿਆਦਾ ਲੋਕ ਮਾਰੇ ਗਏ। ਕੌਣ ਸੀ? ਰਪਦੁਮਨ ਸਿੰਘ। ਕਿੱਥੇ ਸੀ? ਕੈਨੇਡਾ। ਬਦਨਾਮੀ ਕਿਹਦੀ? ਕੋਈ ਰਪਦੁਮਨ ਨਹੀਂ, ਕੋਈ ਨਿੱਜਰ ਨਹੀਂ, ਬਦਨਾਮੀ ਆ ਪੱਗ ਦੀ। ਹੁਣ ਛੋਟੇ ਛੋਟੇ ਬੱਚੇ ਰਸਤੇ 'ਚ ਜਾਂਦੇ ਆ, ਸਾਨੂੰ ਆਹ ਕਹਿਣਗੇ ਸਾਡੀਆਂ ਪਗੜੀਆਂ ਨੂੰ ਦੇਖ ਕੇ ਕਿ ਤਲਬਾਨੀ ਆ ਗਏ। ਪਵਿੱਤਰ ਕੌਮ, ਪਵਿੱਤਰ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ, पूरी दुनिया आके हरमंदर साहब च नमस्तक करती है। 114 करोड़ हिंदू समाज अमृतसर दे विच आके नमस्तक हुंदा है। 1-2% दे अगे ते साडे च घर आई जांदा बोलण वाला ही कोई नहीं, जां बिट्टू बोले जां बिट्टा बोले। बाकी कित्थे ने पॉलिटिशियन, कित्थे ने धर्म दे ठेकेदार? दूजे दिन धरने, साडी पहचान आ गई धरने, मार देंगे, कट देंगे, जे बोलेगा उन्होंने बंबाना तुहाडी ऐसी दी तुहाडे कई बंब देखे। दूजे धर्मां च देख लो इदां दे नारे वजदे। आ एक जैन धर्म है साडा, जैन धर्म है ना, कहते जियो और जीने दो। वो जैन धर्म जिन्हें गुरु गोबिंद सिंह दे साहिबजादियां लई 400 करोड़ की प्रॉपर्टी वेच के उन्हां साहिबजादे लई अपना स्थान सजाया सी। ते जे उन्हां दे चरण छू लो, ਉਹਨਾਂ ਦੇ ਪੈਰਾਂ ਨੂੰ ਚਰਨਾਂ ਨੂੰ ਸਾਫ਼ ਕਰ ਦਿਓ ਤੇ ਅੱਗੋਂ ਕਹਿੰਦੇ ਨੇ ਜੀ ਬਿੱਟੇ ਨੇ ਸਿੱਖ ਕੌਮ ਦਾ ਅਪਮਾਨ ਕਰਤਾ। ਆਹ ਤਾਂ ਇਹਨਾਂ ਦੀਆਂ ਖੋਪੜੀਆਂ ਨੇ। ਇਹ ਨਹੀਂ ਦੇਖਦੇ ਵੀ ਸਾਡੇ ਜੇ ਉਹ 400 ਕਰੋੜ ਦੀ ਪ੍ਰਾਪਰਟੀ ਨਾ ਵੇਚਦਾ ਤੇ ਅੱਜ ਸਾਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਿੱਥੇ ਹੁੰਦਾ? ਆਹ ਤਾਂ ਇਹਨਾਂ ਦੀ ਸੋਚ ਹੈ। ਇਹਨਾਂ ਦੀ ਸੋਚ ਚੰਦ ਬੰਦਿਆਂ ਦੀ, ਹਿੰਦੂ ਹਿੰਦੂ ਹਿੰਦੂ। ਮੈਂ ਐਲਾਨ ਕਈ ਵਾਰੀ ਕਹਿ ਚੁੱਕਾ, ਪੂਰੀ ਦੁਨੀਆ ਦਾ ਕੋਈ ਹਿੰਦੂ ਲੈ ਲਓ ਭਰਾ ਮੇਰਾ, 4 ਗਨਮੈਨ ਲੈਣ ਵਾਲੇ ਛੱਡ ਦਿਓ जिन्हों ने रौला पा के गनमैन लेने ने, 4 बंदे ने पंजाब तो बाहर नहीं। अगर एक भी हिंदू समाज पूरी दुनिया के अंदर सिख गुरु साहिबाना के खिलाफ, सिख कौम के खिलाफ हरमंदर साहब तो नमस्ता करता, अगर कितने गलत शब्द किया मैं तुहाडे ऐलान करदा आ चंडीगढ़ के चौंक च आजू, मटका चौंक च अपना सिर ला के पैरों ते रख दूँ। इन्हां च नफरत की भावना। असीं सरदार आ, और सरदार बनो तो जगजीत सिंह अरोड़ा वर्गे बनो ना। सरदार बनना है एयर मार्शल अर्जन सिंह वर्गे बनो। सरदार बनना है धनोआ वर्गे बनो जिन्हें पाकिस्तान च। सरदार बनना है बग्गा जी वर्गे बनो जिन्हें पगड़ी सिर ते सजाई है ते अमेरिका दा वर्ल्ड बैंक दा चेयरमैन है। ये सरदार ना बनो, ठीक है जी, कि असी नहीं, ये सरदार ना बनो कि पटियाला दे विच करोना काल होवे ते दस्तारां सजाइयां हुण हत्थ कट दिओ। आ सरदार ना बनो कि सिंधु बार्डर दे उत्ते निहंग सिंह जी साडे 2-4 जान सिंधु बार्डर ते कट के तलबानियां वांगू बंदे कट देण। ये सरदार ना बनो अमृतपाल वर्गे पंजाब दी जवानी नूं खराब करन वाले, गुरु ग्रंथ साहब नूं ढाल बना के अपमान करन वाले इहो जे सरदार ना बनो। सरदार बनो, लंगर लाओ, पढ़ाई दे लंगर लाओ, पढ़ाई दे लंगर। मुंडियां नूं, नौजवानां नूं दुनिया दे विच दस्तारां सजियां होण, पता लगे पंजाब दा सरदार आ गया, हिंदुस्तान दा, भारत दा सरदार आ गया। मैं फिर तुहानूं अज कहना चाहुंदा, दूजा कनेडा पंजाब दे विच 4-5 सोशल मीडिया वाले मैं चैलेंज करके कहना इन्हां दे खिलाफ कोर्ट ते जावांगा। मैं इन्हां दे इन्हां दियां सारियां इंटरव्यू लैके इन्हां ने किस तरीके नाल पंजाब दे लोकां नूं मार के उन्हां दे घर दे घर तबाह करके उन्हां दे घरां च इंटरव्यू लैके आउंदे ने और खुल के कहते हैं बैंक डकैतियां कीतियां, खुल के कहते असीं 20 बंदे मारे। ये पंजाब है जे पंजाब तुसीं कनेडा बना रहे हो।
ਦਸਤਾਰਾਂ ਸੋਹਣੀਆਂ ਸਜਾ ਲੀਆਂ, ਰੂਪ ਸੋਹਣੇ ਸਜਾ ਲਏ, ਉਹ ਬੋਲ ਕੇ ਇਹਨਾਂ ਨੂੰ ਮੈਂ ਚੈਲੰਜ ਕਰਨਾ। ਅੱਜ ਤੁਸੀਂ ਬੋਲਦੇ ਹੋ ਨਾ ਦੂਸਰੇ ਧਰਮਾਂ ਜਾਓ, ਆਪ ਬੋਲ ਕੇ ਆਓ यूपी, बोल के आओ दिल्ली, बोल के आओ मध्य प्रदेश, ऐलान करके करो मूर्ति पूजा, मूर्तियां हिंदू धर्म के खिलाफ बकवास, को साडे धर्म के खिलाफ माड़े शब्द बोलदा। ਅਸੀਂ ਮੰਦਰਾਂ 'ਚ ਨਹੀਂ ਜਾਂਦੇ ਸਿੱਖ ਕੌਮ ਵਾਲੇ, ਪਰ ਸਾਡੇ ਹਰਮੰਦਰ ਸਾਹਿਬ ਦੇ ਅੰਦਰ ਹਿੰਦੂ ਵੀ, ਮੁਸਲਮਾਨ ਵੀ, ਸਿੱਖ ਵੀ ਆ ਕੇ ਨਮਸਤਕ ਹੁੰਦਾ। ਉਹਨਾਂ ਦੇ ਖਿਲਾਫ ਗੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਨੇ। ਕੋਈ ਸੀਤਾ ਜੀ ਦੇ ਉੱਤੇ ਪ੍ਰਯੋਗ ਕਰਦਾ, ਕੋਈ ਗਣੇਸ਼ ਜੀ ਦੇ ਉੱਤੇ ਮਾੜੀ ਭਾਸ਼ਾ ਦਾ, ਕੋ ਭੋਲੇ ਸ਼ੰਕਰ ਦੇ ਮਾੜੇ। ਉਹ ਬੋਲਣਾ ਨਾ ਪੰਜਾਬੀ, ਤੁਹਾਡੀ ਪੰਜਾਬ ਦੇ ਲੋਕ ਸੁਣਦੇ ਜਿਹੜੇ ਪੰਜਾਬੀ। ਜਾਓ ਜਾ ਕੇ, ਤੁਹਾਡੇ ਹਿੰਮਤ ਆ ਨਾ ਲਾਓ, ਆਓ ਪ੍ਰੈਸ ਕਾਨਫਰੰਸ ਤੁਹਾਡੀ ਮੈਂ ਕਰਾਉਣਾ, ਆਓ ਬੰਬੇ 'ਚ ਜਾ ਕੇ ਬੋਲੋ, ਮਰਾਠਾ 'ਚ ਜਾ ਕੇ ਬੋਲੋ, ਬੋਲੋ ਜਾ ਕੇ यूपी 'ਚ ਜਾ ਕੇ, ਕਹੋ ਉੱਥੇ ਮੂਰਤੀ ਪੂਜਾ, ਕਹੋ ਸੀਤਾ ਮਾਤਾ ਦੇ ਖਿਲਾਫ, ਬੋਲੋ ਵਿਸ਼ਨੂੰ ਭਗਵਾਨ ਦੇ ਖਿਲਾਫ। ਤੁਹਾਨੂੰ 2 ਮਿੰਟ 'ਚ ਚਣੇ 'ਚ ਮਾਰਨਗੇ ਤੁਹਾਡੇ ਇਹਨਾਂ ਲੋਕਾਂ 'ਚ, ਚੰਦ ਲੋਕਾਂ 'ਚ। ਗੱਲਬਾਤ ਦੇ ਲਈ ਸ਼ੁਕਰੀਆ, ਜੁੜਨ ਦੇ ਲਈ ਨਿਊਜ਼ 18 ਪੰਜਾਬ ਦੇ ਨਾਲ। ਤਾਂ ਇਹ ਸਾਰੀ ਗੱਲਬਾਤ ਰੱਖੀ ਹੈ ਮਨਜਿੰਦਰ ਸਿੰਘ ਬਿੱਟਾ ਸਾਡੇ ਨਾਲ ਮੌਜੂਦ ਸਨ, AIATF ਦੇ ਚੇਅਰਮੈਨ ਨੇ, ਔਰ ਉਹਨਾਂ ਨੇ ਇਹ ਕਿਹਾ ਹੈ ਕਿ ਪਾਕਿਸਤਾਨ ਤੋਂ ਬਾਅਦ ਹੁਣ ਕੈਨੇਡਾ ਵੀ ਉਸੇ ਤਰੀਕੇ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ ਭਾਰਤ ਦਾ, ਔਰ ਹੋਰ ਸਾਰਾ ਜਿਹੜਾ ਇਹ ਕਾਰਵਾਈ ਹੈ ਜੋ ਘਟਨਾਕ੍ਰਮ ਤੋਂ ਬਾਅਦ ਕੀਤੀ ਜਾ ਰਹੀ ਹੈ ਉਸ ਨੂੰ ਇੱਕ ਕਿਸਮ ਦਾ ਸਵਾਗਤ ਕੀਤਾ। ਤਾਂ ਦੱਸ ਦਈਏ ਕਿ ਗੁਰਪਤਵੰਤ ਪੰਨੂ ਤੇ ਐਕਸ਼ਨ ਹੋ ਰਿਹਾ ਹੈ, NIA ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ, ਔਰ ਚੰਡੀਗੜ੍ਹ ਦਾ ਸੈਕਟਰ 15 ਜਿੱਥੇ ਜਿਹੜੀ ਪ੍ਰਾਪਰਟੀ ਹੈ 1/4 ਹਿੱਸਾ ਹੈ ਉਸ ਕੋਠੀ ਦੇ ਵਿੱਚ ਗੁਰਪਤਵੰਤ ਪੰਨੂ ਦਾ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ ਔਰ ਅਟੈਚ ਕਰ ਦਿੱਤੀ ਗਈ ਹੈ ਪ੍ਰਾਪਰਟੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਪਿੰਡ ਹੈ ਖਾਨਕੋਟ, ਉੱਥੋਂ ਦੀ ਪ੍ਰਾਪਰਟੀ ਵੀ ਜਿਹੜੀ ਹੈ ਉਹ ਅਟੈਚ ਕੀਤੀ ਹੈ। NIA ਦੇ ਵੱਲੋਂ 2020 ਦੇ ਵਿੱਚ ਗੁਰਪਤਵੰਤ ਪੰਨੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਔਰ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ। ਹੌਲੀ ਹੌਲੀ ਪ੍ਰੋਸੈਸ ਜਿਹੜਾ ਚੱਲ ਰਿਹਾ ਹੈ, ਤਾਂ ਜਿਸ ਦੇ ਚੱਲਦੇ ਹੁਣ ਪ੍ਰਾਪਰਟੀ ਸੀਜ਼ ਕੀਤੀ ਗਈ ਹੈ, ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ। ਇਸ ਤਰੀਕੇ ਦੀ ਇਹ ਕਾਰਵਾਈ NIA ਦੀ ਵੇਖਣ ਨੂੰ ਮਿਲ ਰਹੀ ਹੈ। ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਜੇਕਰ ਜ਼ਿਕਰ ਕੀਤਾ ਜਾਵੇ ਹਰਦੀਪ ਨਿੱਜਰ ਦੇ ਵੀ ਪ੍ਰਾਪਰਟੀਜ਼ ਅਟੈਚ ਹੋ ਰਹੀਆਂ ਨੇ, ਵੀ ਜਾਣਕਾਰੀ ਮਿਲ ਰਹੀ ਹੈ। ਹਾਲਾਂਕਿ ਗੁਰਪਤਵੰਤ ਪੰਨੂ ਦੇ ਚੰਡੀਗੜ੍ਹ ਸਥਿਤ ਜੋ ਕੋਠੀ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ। NIA ਦੇ ਵੱਲੋਂ ਐਕਸ਼ਨ ਕੀਤਾ ਗਿਆ ਹੈ, ਉੱਥੇ ਟੀਮਾਂ ਪਹੁੰਚੀਆਂ ਨੇ। ਸਾਡੇ ਸਹਿਯੋਗੀ ਨੇ ਥੋੜੀ ਦੇਰ ਪਹਿਲਾਂ ਤਸਵੀਰ ਦਿਖਾਈ ਹੈ ਕਿ ਬਾਹਰ ਵੱਡਾ ਨੋਟਿਸ ਵੀ ਲਗਾ ਦਿੱਤਾ ਗਿਆ ਹੈ ਔਰ ਉਸ ਦੇ ਉੱਤੇ ਲਿਖ ਦਿੱਤਾ ਗਿਆ ਹੈ ਕਿ ਇਹ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ। ਤਾਂ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਵੀ ਸਾਡੇ ਨਾਲ ਜੁੜੇ, ਉਹਨਾਂ ਨੇ ਵੀ ਕਿਹਾ ਕਿ ਬੁਲਡੋਜ਼ਰ ਚੱਲਣਾ ਚਾਹੀਦਾ ਹੈ ਇਸ ਘਰ ਤੇ, ਕਿਉਂਕਿ ਜਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਇੱਕ ਜਿਹੜਾ ਨਤੀਜਾ ਹੈ ਉਹ ਕੀ ਹੋ ਸਕਦਾ ਹੈ ਉਹ ਦਿਖਾਇਆ ਜਾਵੇ, ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਹੈ। ਦੱਸਦੇ ਕਿ ਪਿਛਲੇ ਲੰਮੇ ਸਮੇਂ ਤੋਂ, ਕਈ ਦਿਨਾਂ ਤੋਂ, 4-5 ਦਿਨ ਤੋਂ ਜੋ ਇਹ ਟਸਲ ਹੈ ਚੱਲ ਰਹੀ ਹੈ ਕੈਨੇਡਾ ਦੇ PM ਦੀ ਜੋ ਪਹਿਲੀ ਸਟੇਟਮੈਂਟ ਆਉਂਦੀ ਹੈ ਹਰਦੀਪ ਨਿੱਜਰ ਦੇ ਕਤਲ ਨੂੰ ਲੈ ਕੇ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਜਵਾਬ ਦਿੱਤਾ ਔਰ ਡਿਪਲੋਮੈਟਸ ਜਿਹੜੇ ਨੇ ਆਪੋ ਆਪਣੇ ਦੇਸ਼ਾਂ ਦੇ ਵਾਪਸ ਭੇਜ ਦਿੱਤੇ ਗਏ। ਤਾਂ ਹੁਣ ਇਹ ਤਸਵੀਰ ਹੈ ਕਿ ਜਿਹੜੇ ਉੱਥੋਂ ਦੇ ਪੰਜਾਬੀ ਨੇ ਜਾਂ ਭਾਰਤੀ ਨੇ ਉਹਨਾਂ ਨੂੰ ਵੀਜ਼ਾ ਬੰਦ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਜਿਹੜੇ ਨੌਜਵਾਨ ਇੱਥੋਂ ਜਾਣਾ ਚਾਹੁੰਦੇ ਨੇ, ਯਾਨੀ ਕਿ ਭਾਰਤ ਤੋਂ ਜਾਣਾ ਚਾਹੁੰਦੇ ਨੇ, ਪੰਜਾਬ ਤੋਂ ਜਾਣਾ ਚਾਹੁੰਦੇ ਨੇ ਕੈਨੇਡਾ, ਤਾਂ ਉਹਨਾਂ ਨੂੰ ਚਿੰਤਾ ਸਤਾ ਰਹੀ ਹੈ। ਪਰ ਕਿਤੇ ਨਾ ਕਿਤੇ ਜਿਸ ਤਰੀਕੇ ਦੀ ਤਸਵੀਰ ਬਣੀ ਹੋਈ ਹੈ, ਭਾਰਤ ਸਰਕਾਰ ਜਾਂ ਜਿਹੜੇ ਵੱਖ-ਵੱਖ ਲੀਡਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਕੋਸ਼ਿਸ਼ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਪਨਾਹ ਲੈ ਕੇ ਬੈਠੇ ਹੋਏ ਨੇ, ਅਜਿਹੇ ਲੋਕ ਜਿਹੜੇ ਦੇਸ਼ ਵਿਰੋਧੀ ਨੇ, ਜਿਹੜੇ ਇੱਥੇ ਹਿੰਸਾ ਫੈਲਾਉਂਦੇ ਨੇ, ਇਸ ਤੋਂ ਇਲਾਵਾ ਜਿਨ੍ਹਾਂ ਦੇ ਵੱਲੋਂ ਅਜਿਹੇ ਤਰੀਕੇ ਦੇ ਨਾਲ ਇੱਥੇ ਮਾਹੌਲ ਖਰਾਬ ਕੀਤਾ ਜਾਂਦਾ ਹੈ, ਨੌਜਵਾਨਾਂ ਨੂੰ ਵਰਗਲਾਇਆ ਜਾਂਦਾ ਹੈ ਔਰ ਰੰਗਦਾਰੀਆਂ ਮੰਗੀਆਂ ਜਾਂਦੀਆਂ ਨੇ, ਕਤਲ ਕੀਤੇ ਜਾਂਦੇ ਨੇ, ਹਥਿਆਰਾਂ ਨੂੰ ਜਿਹੜਾ ਸਪਲਾਈ ਕੀਤਾ ਜਾਂਦਾ ਹੈ, ਨਸ਼ੇ ਦਾ ਜ਼ਿਕਰ ਕੀਤਾ, ਤਾਂ ਉਹ ਸਾਰਾ ਚੀਜ਼ ਪਹਿਲਾਂ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਸ਼ਾਂਤੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਖਰਕਾਰ ਮਾਹੌਲ ਠੀਕ ਰਵੇ। ਅਜਿਹਾ ਬਰਦਾਸ਼ਤ ਨਹੀਂ ਹੋਏਗਾ ਕਿ ਕੋਈ ਦੂਸਰੇ ਮੁਲਕ 'ਚ ਬੈਠ ਕੇ ਭਾਰਤ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰੇ। ਨਾ ਇਹ ਬਰਦਾਸ਼ਤ ਹੋਏਗਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਸ਼ਾਂਤੀ ਹੈ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤਾਂ ਸਿੱਧੇ ਤੌਰ ਤੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਹ ਉਹ ਕੋਠੀ ਹੈ ਗੁਰਪਤਵੰਤ ਪੰਨੂ ਦੀ, ਜਿਸ ਦੇ ਬਾਹਰ ਇਹ ਨੋਟਿਸ ਲਗਾ ਦਿੱਤਾ ਗਿਆ ਹੈ, ਜਿਸ ਨੂੰ ਅਟੈਚ ਕਰ ਲਿਆ ਗਿਆ ਹੈ ਔਰ ਇਹ ਮੰਗ ਉੱਠ ਰਹੀ ਹੈ ਕਿ ਇੱਥੇ ਇਸ ਪ੍ਰਾਪਰਟੀ ਨੂੰ ਅਟੈਚ ਕਰਨ ਤੋਂ ਬਾਅਦ ਇਸ ਤੇ ਬੁਲਡੋਜ਼ਰ ਚੱਲਣਾ ਚਾਹੀਦਾ ਹੈ। ਰਵਨੀਤ ਬਿੱਟੂ ਵੀ ਇਹ ਕਹਿ ਰਹੇ ਸਨ, ਮਨਜਿੰਦਰ ਬਿੱਟਾ ਵੀ ਇਹ ਕਹਿ ਰਹੇ ਸਨ। ਤਾਂ ਇਸ ਵੇਲੇ ਤਸਵੀਰ ਜਿਹੜੀ ਹੈ ਉਹ ਕਾਫੀ ਐਕਸ਼ਨ ਦੇ ਵਿੱਚ ਨਜ਼ਰ ਆਈ ਹੈ NIA ਦੀ।